ਜਿਹੜੇ ਸੋਸ਼ਲ ਐਕਟਿਵਿਸਟ ਨੇ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਸਾਈਕੋਲੋਜੀ ਪੜ੍ਹਾਉਂਦੇ ਆ ਜੀ, ਮੈਂ ਕਹਿ ਸਕਦਾ ਵੀ ਸਾਈਕੋਲੋਜਿਸਟ ਨੇ ਇੱਕ ਜਿਹੜੇ ਰਾਜਨੀਤੀ ਦੀ ਸਾਈਕੋਲੋਜੀ ਨੂੰ ਸਮਝਦੇ ਆ, ਲੋਕਾਂ ਦੀ ਸਾਈਕੋਲੋਜੀ ਨੂੰ ਸਮਝਦੇ ਆ, ਤੇ ਪੋਲਿਟਿਕਸ ਜਿਹੜੇ ਰਾਜਨੀਤੀ ਖੇਡ ਰਹੇ ਨੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਅੰਦਰ ਚੱਲ ਕੀ ਰਿਹਾ। ਉਹ ਡਾਕਟਰ ਰੀਤੂ ਸਿੰਘ ਨਾਲ ਗੱਲਬਾਤ ਕਰਦੇ ਜੀ ਬਿਲकुल जी ਐਂ ਕਹਿੰਦੇ ਆ। ਡਾਕਟਰ ਰੀਤੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੁਸੀਂ ਇੰਨੀ ਲੇਟ ਰਾਤ ਸਾਨੂੰ ਸਮਾਂ ਦਿੱਤਾ। ਸਾਡੇ ਵੱਲੋਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਜੀ ਰੀਤੂ ਸਿੰਘ ਜੀ, ਥੋੜਾ ਜਿਹਾ ਤੁਸੀਂ ਆਪਣੇ ਬਾਰੇ, ਕਿਉਂਕਿ ਦੁਨੀਆ ਭਰ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਜਾਣਨਾ ਚਾਹੁੰਦੇ ਆ ਕਿ ਹੂ ਇਜ਼ ਡਾਕਟਰ ਰੀਤੂ ਸਿੰਘ। Yeah, that's very interesting. Very sweet. Yeah, Ritu Singh, I would say Ritu Singh is a girl who has done her higher studies from Delhi University, and fortunately for myself and unfortunately for Modi government or Modi's regime, कि ऐसी पढ़ लिख के थोड़ी सी क्रिटिकल थिंकिंग हो गई और चीज़ों को समझ गए और बहुत जल्दी समझ आ गई कि जे नहीं आवाज़ उठाई तो कुछ नहीं रहना। सो ਉਹ ਆਵਾਜ਼ ਮੈਨੂੰ ਲੱਗਿਆ ਕਿ ਬਹੁਤ ਜਲਦੀ ਯੂਨੀਵਰਸਿਟੀ ਵਿੱਚ ਸੰਘਰਸ਼ ਕਰਕੇ, ਯੂਨੀਵਰਸਿਟੀ ਵਿੱਚ ਸੈਂਟਰ ਯੂਨੀਵਰਸਿਟੀ ਹੈ, ਕੋਈ ਨਾ ਕੋਈ ਆਏ ਦਿਨ ਚੈਲੰਜਸ ਰਹਿੰਦੇ ਸੀਗੇ ਜੀ। ਸੋ ਸਾਰੀ ਹਾਰਡਸ਼ਿਪਸ ਨਾਲ ਡੀਲ ਕਰਦੇ ਕਰਦੇ, ਈਵਨ ਇਫ ਯੂ ਹੈਵ ਯੋਰ ਸਕਾਲਰਸ਼ਿਪ ਆਪਣੇ ਮੈਰਿਟ ਤੋਂ ਤੁਹਾਨੂੰ ਮਿਲੀ ਹੈ, ਉਹਦੇ ਲਈ ਵੀ ਤੁਹਾਨੂੰ ਸਟਰਗਲ ਕਰਨਾ ਪੈਂਦਾ ਸੀਗਾ, ਉਹਦੇ ਲਈ ਵੀ ਚੱਕਰ ਲਾਉਣੇ ਪੈਂਦੇ ਸੀਗੇ। ਤੇ ਬਹੁਤ ਛੋਟੀ ਛੋਟੀ ਚੀਜ਼ਾਂ ਇੱਦਾਂ ਦੀਆਂ ਸੀਗੀਆਂ। ਐਵਰੀ ਟਾਈਮ we are on roads, we are doing agitation, protests, especially after 2014 ਅਗਰ ਤੁਸੀਂ ਦੇਖੋ ਤਾਂ ਪੂਰਾ ਜਿਹੜਾ ਨਜ਼ਰੀਆ ਹੈ ਇੰਡੀਆ ਦਾ ਉਹ ਬਦਲ ਗਿਆ। ਸੋ ਰਿਤੂ ਸਿੰਘ ਇੱਕ ਐਸੀ ਆਵਾਜ਼ ਬਣੀ ਜਿਹਨੂੰ ਇਹ ਲੱਗਿਆ ਕਿ ਜੇ ਨਹੀਂ ਬੋਲੇ, ਮਤਲਬ ਆਪਣੇ ਆਪ ਨੂੰ ਕਹਿ ਕੇ ਪੁੱਤਰਾ ਜੇ ਨਹੀਂ ਬੋਲੇ ਨਾ ਤਾਂ ਕੁਝ ਨਹੀਂ ਰਹਿਣਾ। ਸੋ ਇਫ ਯੂ ਹੈਵ ਯੋਰ ਵੌਇਸ ਯੂ ਹੈਵ ਟੂ ਸਪੀਕ ਫਸਟਲੀ ਫॉर yourself ਐਂਡ ਦੈਨ ਜਿਨ੍ਹਾਂ ਦੇ ਕੋਲ ਆਵਾਜ਼ ਨਹੀਂ ਹੈਗੀ, ਜਿਨ੍ਹਾਂ ਦੇ ਰਾਈਟਸ ਤੁਹਾਡੇ ਸਾਹਮਣੇ ਕਿਲ ਹੋ ਰਹੇ ਨੇ। ਸੋ ਆਈ ਪਰਸਨਲੀ ਬਿਲੀਵ ਦੈਟ ਆਈ ਐਮ ਡਿਊਟੀ ਬਾਉਂਡ ਮੋਰਲੀ ਕਿ ਮੈਨੂੰ ਬੋਲਣਾ ਹੈਗਾ, ਉਹਨਾਂ ਨੇ ਲੜਨਾ ਹੈਗਾ, ਉਹਨਾਂ ਦੇ ਹੱਕ ਦਿਲਾਣੇ ਹੈਗੇ, ਵਰਨਾ ਤੁਹਾਡੀ ਐਜੂਕੇਸ਼ਨ ਦਾ ਕੋਈ ਫਾਇਦਾ ਨਹੀਂ। ਆਈ ਆਲਵੇਜ਼ ਸੇ ਐਂਡ ਬਿਲੀਵ ਐਜੂਕੇਸ਼ਨ ਐਂਡ ਐਜੂਟੇਸ਼ਨ ਬੋਥ ਸ਼ੁੱਡ ਗੋ ਹੈਂਡ ਇਨ ਹੈਂਡ। ਜੇ ਤੁਸੀਂ ਪੜ੍ਹ ਲਿਖ ਗਏ ਔਰ ਸਭ ਕੁਝ ਹੁੰਦਾ ਦੇਖ ਰਹੇ ਹੋ ਤੇ ਚੁੱਪ ਬੈਠੇ ਹੋ ਤਾਂ ਉਹ ਸਾਡੇ ਤੋਂ ਬੈਠਿਆ ਨਹੀਂ ਜਾਂਦਾ। ਮੇ ਬੀ ਦੈਟਸ ਇਨ ਮਾਈ ਬਲੱਡ, ਮੇ ਬੀ ਜਿਹੜੇ ਸਾਡੇ ਗੁਰੂ ਰਹੇ ਨੇ ਉਹਨਾਂ ਨੇ ਸਿਖਲਾਈ ਦਿੱਤੀ ਨਹੀਂ ਹੈਗੀ। ਇਤਿਹਾਸ ਮੈਂ ਸਾਂਝਾ ਟੀਵੀ ਹੈਗਾ, ਸਭ ਕੁਝ ਜਾਣਦੇ ਹੈਗੇ ਸਾਰੇ, ਤੇ ਜਿਹੜਾ ਸਾਡਾ ਇਤਿਹਾਸ ਹੈਗਾ ਉੱਥੇ ਵੀ ਸਾਨੂੰ ਝੁਕਣਾ ਨਹੀਂ ਸਿਖਾਇਆ ਔਰ ਡਰ ਤਾਂ ਹੈ ਹੀ ਨਹੀਂ ਕਿਸੇ ਵੀ ਚੀਜ਼ ਦਾ। ਤੇ ਬਸ ਉਹੀ ਸਾਰੀ ਚੀਜ਼ਾਂ ਹੈਗੀਆਂ, ਉਸੇ ਦਾ ਥੋੜਾ ਜਿਹਾ ਪ੍ਰੋਡਕਟ ਤੁਹਾਡੇ ਸਾਹਮਣੇ ਬੈਠੇ ਆ ਜੀ। ਜੀ ਸਕੂਲਾਂ ਦੇ ਗੁਰੂ, ਸਕੂਲਾਂ ਦੇ ਤੁਹਾਡੇ ਟੀਚਰ, ਤੁਹਾਡੇ ਅਧਿਆਪਕ, ਤੁਹਾਡੇ ਪ੍ਰੋਫੈਸਰ, ਸ਼ਾਇਦ ਉਹਨਾਂ ਨੇ ਇਹ ਚੀਜ਼ ਨਹੀਂ ਸਿਖਾਈ ਕਿ ਰਾਜਨੀਤਿਕ ਲੋਕਾਂ ਦੇ ਨਾਲ ਦ੍ਰਿੜ ਇਰਾਦੇ ਨਾਲ ਲੜਨਾ ਕਿਵੇਂ ਹੈ। ਸ਼ਾਇਦ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਭਾਰਤ ਦੇ ਵਿੱਚ ਇਹ ਬੜਾ ਵੱਡਾ ਕ੍ਰਾਈਸਿਸ ਪੈਦਾ ਹੋਣ ਵਾਲਾ ਹੈ। ਜੇ ਭਾਰਤ ਦਾ ਕਿਸਾਨ ਖਤਮ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਭਾਰਤ ਬਚੇਗਾ। ਸਭ ਤੋਂ ਵੱਡੀ ਮੁਸ਼ਕਲ ਇਹ ਹੈ। ਡਾਕਟਰ ਰੀਤੂ ਸਿੰਘ ਲਗਾਤਾਰ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ। ਹੁਣ ਰੀਸੈਂਟਲੀ ਪਤਾ ਲੱਗਾ ਹੈ ਕਿ ਤੁਸੀਂ ਕਈ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਜਾ ਕੇ ਆਪਣੀ ਗੱਲਬਾਤ, ਆਪਣੇ ਅਧਿਕਾਰਾਂ ਦੀ ਗੱਲਬਾਤ, ਲੋਕਾਂ ਦੀ ਗੱਲਬਾਤ, ਉਹਨਾਂ ਦਬੇ ਕੁਚਲੇ ਲੋਕਾਂ ਦੇ ਉੱਤੇ ਜਿਹੜੇ ਹੋ ਰਹੇ ਜ਼ੁਲਮ ਨੇ, ਖਾਸ ਕਰਕੇ ਯੂਪੀ ਦੇ ਵਿੱਚ, ਉਹਨਾਂ ਦੀ ਗੱਲਬਾਤ ਤੁਸੀਂ ਦੁਨੀਆ ਭਰ ਦੇ ਵਿੱਚ ਜਾ ਕੇ ਚੁੱਕੀ ਹੈ। ਔਰ ਤੁਹਾਡੀਆਂ ਯੂਟਿਊਬਸ, ਤੁਹਾਡਾ ਫੇਸਬੁੱਕ ਪੇਜ ਇਹ ਦਰਸਾਉਂਦਾ ਹੈ ਕਿ ਡਾਕਟਰ ਰੀਤੂ ਸਿੰਘ ਬੜੇ ਇੱਕ ਸੋਸ਼ਲ ਐਕਟਿਵਿਸਟ ਦੇ ਨਾਲ ਚੰਗੇ ਬੁਲਾਰੇ ਨੇ ਜਿਹੜੇ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ ਕਿ ਰਾਜਨੀਤਿਕ ਲੋਕ ਤੁਹਾਡੀ ਅਜ਼ਮਤ, ਤੁਹਾਡਾ ਪੈਸਾ, ਤੁਹਾਡਾ ਆਉਣ ਵਾਲਾ ਭਵਿੱਖ ਕਿਵੇਂ ਲੁੱਟ ਰਹੇ ਨੇ। ਕਿਹੋ ਜਿਹਾ ਇਤਿਹਾਸ ਨੌਜਵਾਨ ਬਣਾ ਰਹੇ ਨੇ ਇਸ ਕਿਸਾਨ ਅੰਦੋਲਨ ਦੇ ਵਿੱਚ ਜੀ? ਕਿਸਾਨ ਅੰਦੋਲਨ ਦੇ ਵਿੱਚ ਆਈ ਥਿੰਕ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ, ਜਿਹੜੇ ਹੇਟਰਸ ਹੈਗੇ ਨਾ ਕਿਸਾਨ ਅੰਦੋਲਨ ਦੀ, ਉਹ ਵੀ ਸਮਝ ਗਏ ਨੇ ਕਿ ਦੈਟਸ ਅ ਰੈਵੋਲੂਸ਼ਨ। 30 ਕਿ 31 ਸਾਲ ਕਹਿ ਲਓ ਨਾ, ਉਸ ਤੋਂ ਇੰਨੇ ਸਾਲ ਹੋ ਗਏ, ਇੰਨੇ ਤੇ ਸਾਡੀ ਉਮਰ ਵੀ ਨਹੀਂ ਹੈਗੀ, ਇੰਨੇ ਸਾਲ ਹੋ ਗਏ ਅਸੀਂ ਆਪਣੀ ਏਜ ਵਿੱਚ ਇਹੋ ਜਿਹਾ ਅੰਦੋਲਨ ਨਹੀਂ ਦੇਖਿਆ ਹਾਲੇ ਤੱਕ। ਅਸੀਂ ਬਹੁਤ ਪ੍ਰੋਟੈਸਟ ਕੀਤੇ ਨੇ, ਬਹੁਤ ਐਜੀਟੇਸ਼ਨ ਅੰਦੋਲਨ ਵਿੱਚ ਭਾਗ ਲਿਆ ਹੈ। ਇਸੇ ਕਰਕੇ ਮੋਦੀ ਸਾਹਿਬ ਨੇ ਸਾਨੂੰ ਨਾਂ ਦਿੱਤਾ ਹੈ ਅੰਦੋਲਨ ਜੀਵੀ, ਕਿ ਅੰਦੋਲਨ ਜੀਵੀ ਹੈ, ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਅੰਦੋਲਨ ਦੇ ਬਗੈਰ। ਅਸੀਂ ਕਿਹਾ ਚਲੋ ਜੀ ਤੁਸੀਂ ਖੁਸ਼ ਰਹਿ ਲਓ, ਅਸੀਂ ਅੰਦੋਲਨ ਜੀਵੀ ਸਹੀ, ਕਿਉਂਕਿ ਤੁਸੀਂ ਸਾਡੇ ਲਈ ਅੰਦੋਲਨ ਦੇ ਸਿਵਾ ਕੋਈ ਰਸਤਾ ਹੀ ਨਹੀਂ ਛੱਡਿਆ। क्योंकि ऐसे चुप करके जो घर बह गए तो या तो घर बैठ के सड़ के मरो या बाहर निकलो और लड़के मरो। सो दिस इज व्हाट इज हैपनिंग इन आवर कंट्री
ਅਨਫੋਰਚੂਨੇਟਲੀ ਲਿਟਰਲੀ ਬੜਾ ਫੀਲ ਹੁੰਦਾ ਇਹੋ ਜਿਹੀ ਚੀਜ਼ਾਂ ਆਪਣੇ ਦੇਸ਼ ਬਾਰੇ ਐਡਰੈਸ ਕਰਦੇ ਵੀ, ਕਿਉਂਕਿ ਔਰ ਕਿਸਾਨ ਅੰਦੋਲਨ ਦੀ ਗੱਲ ਕਰੋ ਤਾਂ ਕਿਸਾਨ ਅੰਦੋਲਨ ਦੀ ਇੰਨੀ ਖੂਬਸੂਰਤੀ ਹੈਗੀ ਨਾ, ਉਹਦੇ 'ਚ ਕੋਈ ਏਜ ਬੈਰੀਅਰ ਨਹੀਂ ਹੈ। ਵੇਅਰ ਵਿਮਨਸ ਐਂਡ ਸਾਡੀ ਬੇਬੇ ਜਿਹੜੀਆਂ ਹੁੰਦੀਆਂ ਸੀਗੀਆਂ ਨਾ, ਬੀਬੀਆਂ ਜਿਹੜੇ ਘਰੋਂ ਬਾਹਰ ਨਹੀਂ ਨਿਕਲਦੇ, ਕਦੀ ਕਿਸੇ ਨੇ ਦੇਖਿਆ ਨਹੀਂ, ਅੱਛਾ ਘਰ ਦੇ ਵਿੱਚ ਰਹੇ, ਖੇਤੀ ਕੀਤੀ, ਕਿਸੇ ਨੂੰ ਨਹੀਂ ਲੱਗਦਾ ਸੀਗਾ ਕਿ ਐਗਰੀਰੀਅਨ ਕ੍ਰਾਈਸਿਸ ਸੀਗੇ ਬਹੁਤ ਟਾਈਮ ਤੋਂ, ਲੇਕਿਨ ਇਸ ਤਰ੍ਹਾਂ ਦੀ ਸਿਚੁਏਸ਼ਨ ਆਏਗੀ ਦੇਸ਼ ਵਿੱਚ ਕਿ ਤੁਸੀਂ ਹੁਣ ਸਾਡੀ ਜ਼ਮੀਨ ਹੀ ਖਿੱਚ ਕੇ ਲੈ ਜਾਓਗੇ, ਉਹ ਵੀ ਸਾਨੂੰ ਬੇਵਕੂਫ ਬਣਾ ਕੇ। ਬਟ ਦਿਸ ਅੰਦੋਲਨ ਨਾ, ਯੂਨਿਟੀ ਜਿਹੜੀ ਅਸੀਂ ਕਹਿੰਦੇ ਸੀਗੇ ਨਾ, ਉਹਨੇ ਇੰਬਾਈਬ ਕਰਕੇ ਦੱਸਤੀ। ਯੂਥ, ਲਾਈਕ ਆਈ ਆਲਵੇਜ਼ ਸੇ, ਕਿਸਾਨ ਕੋਈ ਏਜ ਨਹੀਂ ਹੈਗੀ। ਅੱਜ ਕਿਸਾਨ 30 ਸਾਲ ਦਾ ਵੀ ਹੈਗਾ, 25 ਸਾਲ ਦਾ ਵੀ ਹੈਗਾ, ਕਿਸਾਨ 50, 60, 70, ਬਾਪੂ ਜਿਹੜੇ ਬੈਠੇ ਆ ਅੰਦੋਲਨ ਤੇ, old aged, you go and see the vibe at ਕਿਸਾਨ ਅੰਦੋਲਨ, there is a lot to learn from them. There's like, ਅਸੀਂ ਪੁੱਛਦੇ ਹਾਂ ਕਿ ਘਰ ਨਹੀਂ ਜਾਣਾ, ਹੁਣ ਜਾਓ, ਮੋਦੀ ਕਹਿੰਦਾ ਪਿਕਨਿਕ ਮਨਾਉਣ ਆਇਓ, ਅੱਛਾ ਉਹਨੂੰ ਦੱਸੋ ਇੱਥੇ ਆ ਕੇ ਪਿਕਨਿਕ ਤੇ, ਹੋਰ ਅਸੀਂ ਭੁੱਖੇ ਰਹਿੰਦੇ ਸੀਗੇ ਘਰੇ, ਜਿਹੜੇ ਅਸੀਂ ਇੱਥੇ ਭੁੱਖੇ ਰਹਿਣਾ ਹੈਗਾ। ਸੋ ਦੇ ਲਾਈਕ ਬਿੱਲ ਵਾਪਸੀ ਤੇ घर वापसी, अगर बिल वापस करेंगे मोदी जी तो ही हम घर वापस जाएंगे, नहीं तो नहीं जाएंगे। एंड दे आर सो स्किनी, बैठे ने, गर्मी है, मच्छर हैगा, बहुत ठंड भी देख ली, बहुत गर्मी भी है। सो दैट एंथुजियाज्म, दैट एनर्जी, इदां लगदा है कि नो, जे साडे बाबे इत्थे बैठ सकदे ने, साडे बुजुर्ग इत्थे बैठ सकदे ने, असीं भी बहना है। एंड अगेन आई एम सेइंग, यूथ अपनी रिस्पॉन्सिबिलिटी निभा रहा है, यूथ बैठा है, यूथ भी जागरूक बहुत हो गया है। बट दोज ਜਿਹੜੇ ਜਿਨ੍ਹਾਂ ਨੂੰ ਹਲਕਾ ਜਿਹਾ ਵੀ ਭੁਲੇਖਾ ਹੈਗਾ, ਜਿਹੜੇ ਘਰੋਂ ਨਹੀਂ ਨਿਕਲ ਰਹੇ ਜਾਂ ਕੁਝ ਵੀ ਹੈਗਾ, ਮੇਰਾ ਮੈਸੇਜ ਹੈ ਸਾਰਿਆਂ ਲਈ ਤੁਹਾਡੇ ਚੈਨਲ ਦੇ ਥਰੂ ਕਿ ਜਿਹੜੇ ਬਾਪੂ ਜੀ ਬੈਠੇ ਆ ਨਾ, ਔਰ ਜਿਹੜੀ 500 ਸ਼ਹਾਦਤਾਂ ਹੋਈਆਂ ਨੇ ਕਿਸਾਨ ਅੰਦੋਲਨ ਤੇ, ਉਹਨਾਂ ਲਈ ਨਹੀਂ ਹੋਈਆਂ, ਉਹਨਾਂ ਦੀ ਹਾਫ ਏਜ, ਆਲਮੋਸਟ ਹਾਫ ਤੋਂ ਜ਼ਿਆਦਾ ਏਜ ਹੋ ਗਈ ਹੈ ਉੱਥੇ, ਯੂ نو ਉੱਥੇ ਐਜ਼ ਇਨ ਕਿ ਹਾਫ ਏਜ 50-60 ਸਾਲ ਦੇ ਉੱਪਰ ਹੀ ਹੈ, ਉਹ ਸਾਡੇ ਲਈ ਬੈਠੇ ਨੇ। ਦੇ ਆਰ ਡੂਇੰਗ, ਦੇ ਆਰ ਸਿਟਿੰਗ ਦੇਅਰ ਫॉर ਅਸ। ਸੋ ਇਟ ਇਜ਼ ਆਰ ਰਿਸਪॉन्सिबिलिटी ਕਿ ਅਗਰ ਅਸੀਂ ਆਪਣੀ ਸਮਝ ਲਈਏ ਤੇ ਜਿਹੜੇ ਈਵਨ ਕਿ ਥੋੜੀ ਦੂਰ ਵੀ ਹੈਗੇ, ਕਰੇ ਵੀ ਬੈਠੇ, ਉਹ ਵੀ ਇਸ ਅੰਦੋਲਨ 'ਚ ਆ ਜਾਣ। ਦਿਸ ਇਜ਼ ਅ ਰੈਵੋਲੂਸ਼ਨ। ਤੁਸੀਂ ਆਪਣਾ ਫਰੀडम, ਤੁਸੀਂ ਆਪਣੇ ਰਾਈਟਸ, ਤੁਸੀਂ ਆਪਣਾ ਕਨਸਟੀਟਿਊਸ਼ਨਲ ਰਾਈਟ, ਫਰੀडम ਆਫ ਵੌਇਸ ਜਿਹੜੀ ਹੈਗੀ ਹੈ, ਜਿਹੜਾ ਤੁਹਾਨੂੰ ਬੋਲਣ ਦਾ ਅਧਿਕਾਰ ਹੈਗਾ, ਔਰ ਜਿਹੜਾ ਪ੍ਰੈਸ ਦਾ ਫਰੀडम ਕਿਲ ਹੋ ਰਿਹਾ ਹੈ, ਸਾਰੀ ਚੀਜ਼ਾਂ ਤੋਂ ਤੁਸੀਂ ਇੰਟੈਕਟ ਕਰ ਸਕਦੇ ਹੋ। ਔਰ ਵੌਇਸ ਆਫ ਡਿਸੈਂਟ ਹੈ ਜਿਹੜੀ ਇਹ ਗਵਰਨਮੈਂਟ ਬੰਦ ਕਰ ਰਹੀ ਹੈ, ਜਿੱਦਾਂ ਅਸੀਂ ਆਵਾਜ਼ ਚੁੱਕਦੇ ਹਾਂ, ਦਿਸ ਇਜ਼ ਅ ਵੌਇਸ ਆਫ ਡਿਸੈਂਟ, ਰਾਈਟ, ਬਟ ਦਿਸ ਗਵਰਨਮੈਂਟ ਵਾਂਟਸ ਟੂ ਕਿਲ ਅਸ। ਜਾਂ ਤੇ ਸਾਨੂੰ ਜੇਲ੍ਹ 'ਚ ਪਾ ਦੇਵੇਗੀ, ਜਾਂ ਤੇ ਕੋਈ ਧਾਰਾ ਲਾ ਕੇ ਉੱਤੇ UAP ਜਾਂ NSA ਲਾ ਕੇ ਰੋਂਗ ਇਹਨਾਂ ਦੇ ਉਹ ਜਿਹੜਾ ਇੰਟਰਸਟ ਹੈ ਅੰਦਰ ਕਰ ਦੇਗੀ। ਬਟ ਦਿਸ ਅੰਦੋਲਨ ਹੈਜ਼ ਗਿਵਨ ਅਸ ਇਮੈਂਸ ਸਟਰੈਂਥ, ਸੋਲੀਡੈਰਿਟੀ, ਯੂਨਿਟੀ ਜਿਹੜੀ ਹੈ ਸਾਡੇ ਵਿੱਚ, ਉਹ ਤੁਸੀਂ ਦੇਖ ਰਹੇ ਹੋ। ਐਂਡ ਆਈ ਥਿੰਕ ਬਿਕਾਜ਼ ਆਫ ਦੈਟ ਓਨਲੀ ਕਿ ਜਿਹੜਾ ਯੂਥ ਨੂੰ ਰਿਕਗਨੀਸ਼ਨ ਮਿਲ ਰਿਹਾ ਹੈ, ਟੁਡੇ ਆਈ ਐਮ ਹੇਅਰ ਐਂਡ ਸ਼ੇਅਰਿੰਗ ਜੀ ਸਟੇਜ ਵਿਦ ਯੂ। ਬਿਲਕੁਲ ਰਿਤੂ ਜੀ, ਬਹੁਤ ਵਧੀਆ ਜਿਹੜੀ ਤੁਹਾਡੀ ਇੰਨਾ ਵਧੀਆ ਤੁਸੀਂ ਹੌਸਲੇ ਦੇ ਨਾਲ ਅੱਗੇ ਵਧੇ ਹੋ, ਇੰਨੇ ਲੰਬੇ ਚਿਰ ਤੋਂ ਤੁਸੀਂ ਇਸ ਅੰਦੋਲਨ ਦੇ ਨਾਲ ਜੁੜੇ ਹੋ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਮੋਦੀ ਸਰਕਾਰ ਫੇਲ ਹੋਈ ਆ? ਨਾ ਤਾਂ ਹੈਲਥ ਸਿਸਟਮ ਸਾਡੇ ਕੋਲ ਚੰਗਾ ਆ, ਨਾ ਸਾਡੇ ਕੋਲ ਐਜੂਕੇਸ਼ਨ ਦਾ ਸਿਸਟਮ ਚੰਗਾ, ਵਿਦਿਆਰਥੀ ਸਾਡੇ ਸੜਕਾਂ ਤੇ ਉਹ ਵੀ ਅੰਦੋਲਨ ਕਰ ਰਹੇ ਨੇ। ਹੈਲਥ ਸਿਸਟਮ ਦਾ ਵੀ ਸਾਨੂੰ ਪਤਾ ਆ, ਜਿਹੜੇ ਪੜਾਉਣ ਵਾਲੇ ਟੀਚਰ ਆ ਉਹ ਵੀ ਟੈਂਕੀਆਂ ਤੇ ਚੜੇ ਬੈਠੇ ਨੇ, ਤੇ ਜਿਹੜੇ ਅੰਨਦਾਤਾ ਆ, ਤੁਸੀਂ ਗੱਲ ਕੀਤੀ ਸੀ ਕਿ ਕਿਸਾਨ ਦੀ ਕੋਈ ਉਮਰ ਨਹੀਂ, ਵਾਕਈ ਕਿਸਾਨ ਜੰਮਦਾ ਵੀ ਮਿੱਟੀ 'ਚ ਆ ਤੇ ਮਰਦਾ ਵੀ ਉਸੇ ਮਿੱਟੀ 'ਚ ਆ। ਸੋ ਕਿਸਾਨ ਦੀ ਵੀ ਕੋਈ ਉਮਰ ਨਹੀਂ, ਕਿਸਾਨ ਵੀ ਸੜਕਾਂ ਤੇ ਬੈਠੇ, ਤੇ ਦੇਸ਼ ਕਿਹੜੇ ਪਾਸੇ ਨੂੰ ਜਾ ਰਿਹਾ। ਉੱਤੋਂ ਦੀ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਕਰਕੇ ਕਿੰਨੇ ਪੈਸੇ ਜਿਹੜੇ ਸਰਕਾਰੀ ਜਿਹੜੇ ਲੋਕਾਂ ਤੇ ਲਾਉਣੇ ਆ, ਜਿਹੜਾ ਧਨ ਲੋਕਾਂ ਤੋਂ ਲਿਆ ਆ ਉਹਨਾਂ ਤੇ ਲੱਗਣਾ ਆ, ਉਹ ਤੁਸੀਂ ਦੇਖਿਆ ਕਿ ਐਸ਼ ਪ੍ਰਸਤੀ 'ਚ ਤਾਂ ਵੋਟਾਂ ਤੇ ਕਿਵੇਂ ਉਹ ਬਰਬਾਦ ਕੀਤਾ ਜਾ ਰਿਹਾ। ਸੋ ਕਿੱਧਰ ਨੂੰ ਜਾ ਰਿਹਾ ਹੈਗਾ ਸਾਡਾ ਯੂਥ, ਸਾਡੀ ਆਉਣ ਵਾਲੀ ਪੀੜ੍ਹੀ ਕੀ ਕਰੇਗੀ? ਤੁਹਾਨੂੰ ਕੀ ਲੱਗਦਾ? ਕਿਉਂਕਿ ਤੁਹਾਡੇ ਵਿੱਚੋਂ ਬਹੁਤ ਕੁਝ ਦੇਖਣ ਨੂੰ ਮਿਲਦਾ ਕਿ ਜੇ ਤੁਹਾਡੇ ਵਰਗੇ ਨੌਜਵਾਨ ਜਿਹੜੇ ਆ ਉਹ ਸੜਕਾਂ ਤੇ ਬੈਠੇ ਆਪਣੇ ਰਾਈਟਸ ਮੰਗ ਰਹੇ ਆ, ਤੇ ਜਿਹੜੇ ਸਾਡੇ ਬਜ਼ੁਰਗ ਆ ਸੜਕਾਂ ਤੇ ਬੈਠੇ, ਉਹ ਤਾਂ ਪਤਾ ਨਹੀਂ ਕਦੇ ਮੰਗਦੇ ਹੋਣਗੇ, ਹਲੇ ਤੁਸੀਂ ਕਦ ਉੱਥੇ ਤੱਕ ਪਹੁੰਚਣਾ? ਬਿਲਕੁਲ 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 ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਸਾਡੀ ਬਦਕਿਸਮਤੀ ਕਹਿ ਲਓ ਜਾਂ ਕੁਝ ਵੀ ਕਹਿ ਲਓ, 2014 ਦੇ ਬਾਅਦ, ਮੈਂ ਨਹੀਂ ਕਹਿੰਦੀ ਪਹਿਲੇ ਤੇ ਸਰਕਾਰਾਂ ਨੇ ਸਾਡਾ ਬਹੁਤ ਭਲਾ ਕੀਤਾ, ਜੇ ਬਹੁਤ ਅੱਛਾ ਕੀਤਾ ਹੁੰਦਾ ਤੇ ਇਹੋ ਜਿਹੇ ਕ੍ਰਾਈਸਿਸ ਨਹੀਂ ਹੁੰਦੇ, ਰਾਈਟ। ਜੇ ਸਭ ਤੋਂ ਵੱਡੀ ਗੱਲ ਜਿੱਦਾਂ ਤੁਸੀਂ ਕਿਹਾ ਕਿ ਹੈਲਥ, ਇੰਡੀਆ ਇੱਕ ਐਸੀ ਕੰਟਰੀ ਹੋਏਗੀ ਜਿਹਨੇ ਕਦੀ ਹੈਲਥ ਤੇ ਬਜਟ ਹੀ ਅਹਿਮੀਅਤ ਹੀ ਨਹੀਂ ਸਮਝੀ ਕਿ ਹੈਲਥ ਤੇ ਵੀ ਬਜਟ ਦੇਣਾ। ਸਭ ਤੋਂ 0% ਮਤਲਬ 0. ਕੁਝ % ਜਿਹੜਾ ਬਜਟ ਹੋਏਗਾ ਉਹ ਦਿੰਦੀ ਹੋਏਗੀ ਹੈਲਥ ਤੇ ਕੰਮ ਕਰੇਗੀ। ਇਹ ਐਜੂਕੇਸ਼ਨ ਤੇ ਬਹੁਤ ਘੱਟ ਬਜਟ, ਇਹਨਾਂ ਦੀ ਉਹ ਪ੍ਰਾਇੋਰਟੀ ਨਹੀਂ ਹੈਗੀ। ਐਂਡ ਸਪੈਸ਼ਲੀ ਦਿਸ ਗਵਰਨਮੈਂਟ, ਅਗਰ ਤੁਸੀਂ ਦੇਖੋ ਅਸੀਂ ਕਿਉਂ ਫੇਲ ਹੋਏ ਕਰੋਨਾ ਕਰਕੇ, ਬਿਕਾਜ਼ ਸਾਡੇ ਪ੍ਰਧਾਨ ਮੰਤਰੀ ਜੀ, ਹੀ ਵਾਸ ਬਿਜ਼ੀ ਇਨ ਇਲੈਕਸ਼ਨਸ,
ਪਹਿਲੇ ਵੀ ਹੀ ਵਾਸ ਬਿਜ਼ੀ, ਕਿਤੇ ਹੋਰ ਹੀ ਉਹਨਾਂ ਦਾ ਦਿਮਾਗ ਰਹਿੰਦਾ ਹੈਗਾ ਲੋਕਾਂ ਨੂੰ ਝੂਠ ਬੋਲਣ ਲਈ, ਆਲ ਫਾਲਸ ਪ੍ਰੋਮਿਸਿਸ ਹੀ ਮੇਕ, ਐਂਡ ਦਾ ਫਰਸਟ ਪ੍ਰਾਈਮ ਮਿਨਿਸਟਰ ਆਈ ਥਿੰਕ ਵੀ ਆਲ ਹੈਵ ਵਿਟਨੈਸ, ਤੁਸੀਂ ਵੀ ਆਪਣੀ ਇਤਿਹਾਸ ਮਤਲਬ ਲਾਈਫ ਦੇ ਵਿੱਚ ਇਹ ਚੀਜ਼ ਦੇਖੀ ਹੋਣੀ ਕਿ ਕੋਈ ਪ੍ਰਾਈਮ ਮਿਨਿਸਟਰ ਸਾਹਮਣੇ ਤੋਂ ਝੂਠ ਬੋਲ ਰਿਹਾ ਔਰ ਇੰਨਾ ਫਰਮਲੀ ਝੂਠ ਬੋਲ ਰਿਹਾ। ਲਿਟਰਲੀ ਆਈ ਸੈਲੂਟ ਹਿਸ ਕੌਨਫੀਡੈਂਸ, ਆਈ ਡੋਂਟ ਨੋ ਕਿੱਥੋਂ ਲੈ ਕੇ ਆਉਂਦੇ ਨੇ ਝੂਠ ਦੇ ਉੱਤੇ ਝੂਠ ਬੋਲਣਾ, ਯੂ ਨੀਡ ਕੌਨਫੀਡੈਂਸ ਫॉर दैट, ਰਾਈਟ? ਐਂਡ everyone knows his real face, everyone, youth भी जागरूक हो रहा है, बट ये बहुत डेलिब्रेट अटेम्प्ट हैगी है। आज झूठे वादे करके पिछली बारी क्या 200 पता नहीं 100 लाख करोड़ कुछ नौकरी देंगे कुछ या इदा कुछ किया सीगा, हुण इस बारी फिर 15 अगस्त ਨੂੰ ਇਹੀ ਝੂਠ ਬੋਲ ਕੇ 100 ਹੋਰ प्लस करके चले गए। पहले वालियां ते दित्ती नहीं, होर प्लस करके चले गए। आ सारी फेक स्ट्रैटेजीज, तुसी डिमोनेटाइजेशन देख लो, किड्डा बड़ा स्कैम सीगा डिमोनेटाइजेशन दा, जीएसटी वाज अ स्कैम, इकोनॉमी साडी बिल्कुल खत्म हो गई कोरोना करके, कुछ नहीं बचा साडे कोल। बाकी यू नो प्राइवेटाइजेशन हो रहा है, जिद्दां आ पब्लिक इंस्टीट्यूशन जेडे हैगे उन्हां दा प्राइवेटाइजेशन हो रहा है। साडे टैक्स पेयर्स दी जेडी मनी है उन्हां दा सानू नहीं पता, साडी हार्ड अर्न मनी दे तुसी स्टैचू बनांदे हो, फिर वो स्टैचू जेडे वड्डे वड्डे तुसी करोड़ां रुपए लगा के स्टैचू बनांदे हो, उन्हां स्टैचू ਨੂੰ ਦੇਖਣ ਲਈ ਤੁਸੀਂ ਟਿਕਟ ਰੱਖਦੇ ਹੋ, ਉਹਦੇ ਉੱਤੇ ਵੀ ਤੁਸੀਂ ਟੈਕਸ ਲਾ ਕੇ ਟਿਕਟ ਦਾ ਪੈਸਾ ਲੈਂਦੇ ਹੋ। ਸੋ ਵੇ what this government is doing, and I think ਜਿਹੜੇ ਯੂਥ ਉਹੀ ਜਿੱਦਾਂ ਹਲੀ ਸਰ ਨੇ ਕਿਹਾ ਕਿ ਅਸੀਂ ਯੂਪੀ ਵੀ ਗਏ ਸੀਗੇ, ਬਹੁਤ ਡੈਲੀਬਰੇਟ ਅਟੈਂਪਟ ਸੀਗਾ ਸਾਡਾ ਯੂਪੀ ਜਾਣ ਦਾ ਸਰ, ਬਿਕਾਜ਼ I want to quote it here, ਇਹ ਸਭ ਤੋਂ ਜ਼ਿਆਦਾ ਜਿਹੜਾ ਪਖੰਡ ਕਰਦੇ ਨੇ ਬੇਟੀ ਬਚਾਓ ਬੇਟੀ ਪੜਾਓ, ਔਰ ਸਭ ਤੋਂ ਜ਼ਿਆਦਾ ਬੇਟੀਆਂ ਦਾ ਸ਼ੋਸ਼ਣ, ਬੇਟੀਆਂ ਦੀ ਬਰਬਤਾ ਇਹਨਾਂ ਦੇ ਸ਼ਾਸਨ ਵਿੱਚ ਹੋ ਰਹੀ ਹੈ। ਔਰ ਕਿੱਥੇ ਹੋ ਰਹੀ ਹੈ? यूपी ਵਿੱਚ, ਜਿਹੜਾ ਆਪਣੇ ਆਪ ਨੂੰ ਕਹਿੰਦੇ ਨੇ राम राज्य, अगर ऐसा राम राज्य होगा तो हाथ जोड़ते हैं हम, क्योंकि बेटियां इनके राज में सबसे ज्यादा असुरक्षित हैं। They will never talk about सुरक्षा, they will never talk about education in real practical life. They are just faking it out, and we have realized it. मैं पागल तो नहीं हाँ, मैनू अच्छे खासे यूनिवर्सिटी तो पैसे मिलणगे, बह के खाओ ना अपने आराम करके, बट सानू पीड़ हो रही है क्योंकि इस साडी ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜੁੱਤੀਆਂ ਮਾਰੇਗੀ ਸਾਨੂੰ। ਇਹਨਾਂ ਦਾ ਤਾਂ ਕੁਝ ਨਹੀਂ ਆਣਾ, ਇਹਨਾਂ ਨੇ ਤਾਂ ਇੰਨਾ ਸਕੈਮ ਕਰਕੇ ਟੂ ਦ ਬੈਸਟ ਆਫ ਆਰ ਅੰਡਰਸਟੈਂਡਿੰਗ ਭੱਜ ਜਾਣਾ ਬਾਹਰ, ਜਿੱਦਾਂ ਇਹਨਾਂ ਦੇ ਰਿਸ਼ਤੇਦਾਰ ਨਿਰਾਵ ਮੋਦੀ ਭੱਜ ਗਏ, ਜਿੱਦਾਂ ਵਿਜੇ ਮਾਲਿਆ ਭੱਜ ਗਿਆ, ਜਿੱਦਾਂ ਹੋਰ ਵੱਡੇ ਵੱਡੇ ਬਾਲੀਵੁੱਡ ਪ੍ਰੋਡਿਊਸਰ ਇੱਕ ਦੋ ਸੀਗੇ ਉਹ ਭੱਜ ਗਏ, ਹੋਰ ਇੱਕ ਦੋ ਪੋਲੀਟੀਸ਼ੀਅਨ ਜਿਨ੍ਹਾਂ ਦਾ ਸਾਨੂੰ ਪਤਾ ਲੱਗਿਆ ਕਿ ਕਰੋੜਾਂ ਅਰਬਾਂ ਰੁਪਏ ਲੈ ਕੇ ਭੱਜ ਗਏ, ਉਹ ਵੀ ਇਹਨਾਂ ਦੇ ਹੱਥ ਦੇ ਥੱਲੇ ਹੀ ਹੁੰਦਾ ਸਾਰਾ। ਉਹ ਦਿਨ ਵੀ ਦੂਰ ਨਹੀਂ ਜਿੱਦਾਂ ਇਹਨਾਂ ਨੇ ਭੱਜ ਜਾਣਾ ਕਿਸੇ ਟਾਈਮ ਵੀ। ਬਟ ਜੇ ਸਾਡਾ ਸਭ ਕੁਝ ਪੂੰਜੀਪਤੀਆਂ ਦੇ ਹੱਥ ਵਿੱਚ, ਕਾਰਪੋਰੇਟ ਸੈਕਟਰ ਦੇ ਹੱਥ ਵਿੱਚ ਦੇ ਜਾਣਗੇ ਤੇ ਸਾਡੇ ਲਈ ਕੀ ਰਹਿਣਾ ਹੈ? ਸਾਡੇ ਲਈ ਤੇ ਸਾਡਾ ਅੱਜ ਵੀ ਖਰਾਬ ਹੈ, ਸਾਡਾ ਆਉਣ ਵਾਲਾ ਕੱਲ ਵੀ ਖਰਾਬ ਹੈ। ਤੇ ਉਹੀ ਸਾਰੀ ਚੀਜ਼ਾਂ ਹੈਗੀਆਂ। ਹਸਪੀਟਲ ਦੀ ਹਾਲਤ ਉਹ ਇੰਨੀ ਮਾੜੀ, ਆਕਸੀਜਨ ਦੀ ਇੰਨੀ ਕਮੀ ਸੀਗੀ, ਕਿੰਨੇ ਲੋਕ, ਬਿਕਾਜ਼ ਆਈ ਹੈਵ ਲਾਸਟ ਮਾਈ ਫਾਦਰ, ਆਈ ਨੋ ਜਿਹੜੇ ਹਸਪੀਟਲ ਵਿੱਚ ਮੈਂ ਉਹਨਾਂ ਨੂੰ ਐਡਮਿਟ ਕਰਵਾਉਣਾ ਚਾਹੁੰਦੀ ਸੀਗੀ, ਐਂਡ ਦੇ ਉੱਥੇ ਆਕਸੀਜਨ ਦਾ ਕੋਈ ਬੰਦੋਬਸਤ ਨਹੀਂ ਸੀਗਾ। ਦੇ ਵਰ ਲਾਈਕ ਕਿ ਬੈਡ तो हम दे देंगे, हम ऑक्सीजन नहीं दे पाएंगे। एंड आवर प्राइम मिनिस्टर इज अ लॉयर ऑफ फर्स्ट क्लास एंड ही इज सेइंग कि ऑक्सीजन की वजह से मौतें नहीं हुई हमारे देश में। इट हर्ट्स अस, ये चीज़ां इस साडे सेंटीमेंट्स ਨੂੰ, साडे इमोशंस ਨੂੰ हर्ट करदियां, क्योंकि ਅਸੀਂ ਸਭ ਕੁਝ ਦੇਖ ਰਹੇ ਹਾਂ ਆਪਣੀ ਅੱਖਾਂ ਦੇ ਸਾਹਮਣੇ, ਲੋਕਾਂ ਦੀ ਮੌਤ ਹੁੰਦੇ ਆਪਣੀ ਅੱਖਾਂ ਦੇ ਸਾਹਮਣੇ। ਯੂਪੀ ਦੇ ਵਿੱਚ ਆਏ ਦਿਨ ਕੁੜੀਆਂ ਦਾ ਰੇਪ ਹੋ ਰਿਹਾ, ਐਂਡ ਇਫ ਯੂ ਸੀ ਦ ਡੇਟਾ, ਰੀਅਲ ਡੇਟਾ ਸੇਜ਼ ਕਿ गर्ल्स जिन्हां दा रेप हो रहा है, they are coming from a marginalized community, the Dalits, Adivasis and those samudayas, the backward classes जिन्हां कोल resources नहीं हैगे, जिन्हां दे कोल कोई facility नहीं हैगी, they are you know उन्हां दे कोल छत भी नहीं हैगी रहन लई, सड़कां ते रहिंदे ने या मजदूरी करके खांदे ने। सो ਉਹਨਾਂ ਦੀ ਬੜੀ ਈਜ਼ੀ ਐਕਸੈਸ ਹੈਗੀ ਇਹੋ ਜਿਹੇ ਯੂ نو ਗੰਦੇ ਲੋਕਾਂ ਲਈ ਕਿ ਉਹ ਈਜ਼ੀਲੀ ਵੂਮਨ ਨੂੰ ਯੂ نو ਦੇ ਥਿੰਕ ਦੈਟ ਵੂਮਨ ਇਜ਼ ਅ ਸੈਕਸ ਟੂਲ ਟੂ them। ਸੋ ਆਈ ਬਿਲੀਵ ਕਿ ਜਦ ਅਸੀਂ यूपी ਚ गए, मोदी जी कहते हैं चूल्हे पे चाय पे चर्चा, व्हाट अ फेक मैन ही इज। वी सेड कि नाउ चूल्हे चाय पे चर्चा नहीं होगी, चूल्हे पे चर्चा होगी, बिकॉज इन्होंने कहा था कि हमने सबके घर चूल्हा पहुंचा दिया, हमने सबके इतने घरों में गैस भिजवा दी, चूल्हे भिजवा दिए, तो अब सबके घर पे चूल्हा है। एंड लिटरली बिलीव यू मी, आई एम गोइंग टू वेरी सून मैं वो वीडियो सारियां लेके आवांगी जिन्हां जो मैं रिकॉर्ड कीती है, शूट कीती है। दोस पीपल डू नॉट हैव मनी गैस ਭਰਾਉਣ ਲਈ, देयर आर नो टॉयलेट्स गांव में, यूपी में, एंड ਇਹੋ ਜੀ ਹਾਲਤ ਹੈਗੀ, ਪਾਣੀ ਪੀਣ ਨੂੰ ਨਹੀਂ ਹੈਗਾ, ਨਲਕੇ ਨਹੀਂ ਹੈਗੇ यूपी ਦੇ ਅੰਦਰ, ਲੋਕਾਂ ਦੇ ਘਰੇ ਦੇ ਵਿੱਚ ਨਲਕੇ ਨਹੀਂ ਹੈਗੇ। देयर इज अ कॉमन ਉਹ ਕੀ ਕਹਿੰਦੇ ਨੇ, ਹੈਂਡ ਪੰਪ ਕਹਿੰਦੇ ਆ ਨਾ, कॉमन हैंड पंप। small girls from the village ਇੰਨੇ ਕਿਲੋਮੀਟਰ ਜਾਂਦੀਆਂ ਉੱਥੋਂ ਪਾਣੀ ਭਰ ਕੇ ਲਿਆਂਦੀਆਂ। where is ਬੇਟੀ ਬਚਾਓ, where is ਤੁਹਾਡਾ ਡਿਵੈਲਪਮੈਂਟ ਦਾ ਮਾਡਲ, ਕਿੱਥੇ ਹੈਗਾ ਤੁਹਾਡਾ ਵਿਸ਼ਵ ਗੁਰੂ? ਇਟਸ ਆਲ ਫੇਕ। ਸੋ ਆਈ ਥਿੰਕ ਉਹ ਜਦ ਸਾਰੀ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਨਾ ਹੀ ਸੁਰੱਖਿਆ ਹੈ, ਨਾ ਹੀ ਐਜੂਕੇਸ਼ਨ ਹੈ,
ना ही हेल्थ है, पूरा सिस्टम कोलैप्स कर गया। बट दिस पर्सन, दिस गवर्नमेंट, आई मीन जिदों कहंदे ना फ्रॉड ते फ्रॉड करना तुसी, ही इज अ, to the best of my understanding, that he's a coward ruler, the ruler who doesn't have guts to address press, address media, who doesn't have guts to, you know, respond to our questions, jehdi sadi takleefa hai gaya, that ruler is of no use. So he's just sitting there, apni votan di rajniti ਲਈ ਕਿਸੇ ਵੀ ਤਰ੍ਹਾਂ ਕਰਕੇ ਵੋਟ ਬੈਂਕ ਉਹਨਾਂ ਦੀ ਕੀ ਰਾਜਨੀਤੀ ਹੈਗੀ, ਇਲੈਕਸ਼ਨਸ ਟੂ ਵਿਨ ਇਲੈਕਸ਼ਨਸ। ਰਿਤੂ ਤੁਸੀਂ ਕਿਹਾ ਮੀਡੀਆ, ਤੁਸੀਂ ਗੱਲ ਕੀਤੀ ਪ੍ਰੈਸ ਦੇ ਸਾਹਮਣੇ ਉਹਨਾਂ ਦਾ ਕੀ ਕਹਿੰਦੇ ਆ, ਤੇ ਪ੍ਰੈਸ ਦੇ ਅੱਗੇ ਜਿਹੜੇ ਉਹਨਾਂ ਦੇ ਬਿਆਨ ਆਉਂਦੇ ਆ ਸਾਫ਼ ਝੂਠ, ਕਿੰਨਾ ਕੌਨਫੀਡੈਂਸ ਦੇ ਨਾਲ ਉਹ ਝੂਠ ਬੋਲ ਦਿੰਦੇ ਆ ਤੇ ਵਾਅਦੇ ਤੇ ਵਾਅਦਾ ਹੁੰਦਾ। ਪਰ ਜਦੋਂ ਅਸੀਂ ਪ੍ਰੈਸ ਦੀ ਗੱਲ ਕਰਦੇ ਆ, ਅਸੀਂ ਨਿਊਜ਼ ਚੈਨਲ ਦੀ, ਪ੍ਰਿੰਟ ਮੀਡੀਆ ਦੀ, ਕਿਸੇ ਦੀ ਗੱਲ ਕਰਦੇ, ਕੀ ਪ੍ਰੈਸ ਨੂੰ ਆਜ਼ਾਦੀ ਆ? ਉਹ ਸੱਚੀ ਗੱਲ ਲਿਖਦੇ ਆ? ਲੱਗਦਾ ਤੁਹਾਨੂੰ ਕਿਤੇ? ਦੇਖੋ ਜੀ, ਪ੍ਰੈਸ ਜਿਹੜੀ ਹੈਗੀ ਆ, देयर आर वेरी फ्यू 22+ ਚੈਨਲਸ ਜਿਹੜੇ ਹੈਗੇ ਵੱਡੇ ਮੀਡੀਆ ਜਿਹੜੇ ਇੰਡੀਆ ਦੇ ਵਿੱਚ, ਦੇ ਆਰ ਆਲ ਫੰਡਡ ਬਾਈ ਕਾਰਪੋਰੇਟ ਹਾਊਸਸ। ਆਈ ਮੀਨ ਲਾਈਕ ਜਿਹੜੇ ਇਹਨਾਂ ਦੇ ਫਰੈਂਡਸ ਹੈਗੇ ਇਸ ਗਵਰਨਮੈਂਟ ਦੇ, ਉਹ ਫੰਡ ਕਰਦੀਆਂ ਉਹਨਾਂ ਨੂੰ। ਸੋ ਆਬਵੀਅਸਲੀ ਜੋ ਆਕਾ ਕਹੇਗਾ ਕਟਪੁਤਲੀਆਂ ਉਦਾਂ ਹੀ ਕੰਮ ਕਰਨਗੀਆਂ। ਸੋ ਪ੍ਰੈਸ ਫਰੀडम ਇੰਡੀਆ ਵਿੱਚ ਜਿੱਦਾਂ ਕਿਲ ਹੋਇਆ ਨਾ, ਵੀ ਹੈਵ ਸੀਨ ਦੈਟ, ਬਿਕਾਜ਼ ਪ੍ਰੈਸ ਵਿਲ ਨੈਵਰ ਕਵਰ ਅਸ। ਅਸੀਂ ਆਪਣਾ ਗਲਾ ਫੜਦੇ ਹਾਂ, ਅਸੀਂ ਸੱਚ ਬੋਲਦੇ ਹਾਂ। this godi media ਜਿਹਨੂੰ ਅਸੀਂ ਕਹਿੰਦੇ ਆ ਇੱਥੇ, ਮੋਦੀ ਜੀ ਦੀ media, they will never cover us, they will never show the reality. You might have seen those viral videos, you know, ਜਦ ਪੀਕ ਤੇ ਸੀਗਾ ਸਾਡਾ, I think winters ਪੀਕ ਤੇ ਸੀਗੇ ਕਿਸਾਨ ਅੰਦੋਲਨ ਤੇ, ਜਿੱਥੇ ਜ਼ੀ ਨਿਊਜ਼ ਵਾਲਾ ਜਾਂ ਆਜ ਤੱਕ ਵਾਲੇ ਕਹਿ ਰਹੇ ਖਾਲੀ ਖਾਲੀ ਮੈਦਾਨ ਕੋ ਕਵਰ ਕਰੋ, ਖਾਲੀ ਖਾਲੀ ਮੈਦਾਨ ਕੋ, ਤੁਸੀਂ ਝੂਠ ਦੱਸਦੇ ਜਾ ਰਹੇ ਹੋ। ਬਟ ਅਲਟੀਮੇਟਲੀ ਦੇਖੋ, ਉਹਨਾਂ ਨੂੰ ਉਹ ਫੜੇ ਗਏ ਤੇ ਰਿਐਲਿਟੀ ਸਾਹਮਣੇ ਆਈ ਉਹਨਾਂ ਦੀ, ਕਿ ਆ ਝੂਠ ਬੋਲ ਕੇ ਇਹਨਾਂ ਨੂੰ ਏਜੰਡੇ ਤੇ ਭੇਜਿਆ ਗਿਆ। ਸੋ ਇਦਾਂ ਜਦ 28 ਤਾਰੀਖ ਨੂੰ ਤੁਸੀਂ ਆਈ ਥਿੰਕ ਦੇਖਿਆ ਹੋਣਾ, ਜਦੋਂ ਗਾਜ਼ੀਪੁਰ ਬਾਰਡਰ ਤੇ ਖਾਲੀ ਕਰਾਉਣ ਆਏ ਸੀਗੇ RSS ਐਂਡ BJP ਦੇ ਗੁੰਡੇ, ਅਸੀਂ ਉੱਥੇ ਹੀ ਸੀਗੇ। ਵੀ ਵਰ ਰਾਈਟ देयर ਐਟ ਦ ਸੈਂਟਰ ਐਂਡ ਵੀ ਹੈਵ ਸੀਨ ਕਿ ਕਿੱਦਾਂ ਗੋਦੀ ਮੀਡੀਆ ਸਾਡੀ ਗੱਡੀ ਦੇ ਅੱਗੇ ਪਿੱਛੇ, ਅਸੀਂ ਨਿਕਲੇ ਨਹੀਂ ਗੱਡੀ ਤੋਂ, ਕਿਉਂਕਿ ਦੇ ਆਲ ਵਰ ਵੇਅਰਿੰਗ, ਮੋਸਟ ਆਫ them ਵਰ ਵੇਅਰਿੰਗ ਹੈਲਮੇਟਸ, ਦੇ ਵਰ ਨੋ ਬਾਈਕਸ, ਨੋ ਸਕੂਟਰਸ, ਨਠੱਲੇ ਸੀਗੇ, ਡੰਡੇ ਫੜੇ ਹੋਏ, ਹੈਲਮੇਟ ਪਾਈ ਹੋਈ, ਤਾਂ ਕਿ ਉਹਨਾਂ ਨੂੰ ਕੋਈ ਅਟੈਕ ਕਰੇ ਤਾਂ ਉਹਨਾਂ ਨੂੰ ਨਹੀਂ ਲੱਗੇ। ਅਸੀਂ ਲਿਟਰਲੀ ਆਪਣੀ ਗੱਡੀ ਦੇ ਵਿੱਚ ਥੋੜਾ ਜਿਹਾ ਥੱਲੇ ਹੋ ਗਏ, ਕਿਉਂਕਿ ਉਹਨਾਂ ਤੋਂ ਕੋਈ ਪਤਾ ਨਹੀਂ ਸਾਡੀ ਗੱਡੀ ਤੇ ਵੀ ਪਥਰਾਵ ਕਰਨ ਤੇ ਸਾਡੀ ਗੱਡੀ ਦੇ ਸ਼ੀਸ਼ੇ ਤੋੜ ਦੇਣ। ਉਹ ਉਸ ਟਾਈਮ ਅਸੀਂ ਦੇਖਿਆ ਸੀ ਕਿ ਪੂਰਾ ਗੋਦੀ ਮੀਡੀਆ ਚੀਲ ਕੌਆਂ ਵਾਂਗ ਚਲਾ ਰਿਹਾ, ਜਿੱਦਾਂ ਕਿਸੇ ਨੇ ਹੱਡੀ ਪਾਤੀ ਹੋ ਜਾਂ ਮਾਸ ਸੁੱਟਤਾ ਹੋ, ਕਿ ਉਹਨਾਂ ਨੂੰ ਲੱਗ ਰਿਹਾ ਸੀ ਅੱਜ ਪਤਾ ਨਹੀਂ ਕੀ ਹੋ ਜਾਏਗਾ, ਅੱਜ ਅਸੀਂ ਗਾਜ਼ੀਪੁਰ ਬਾਰਡਰ ਖਾਲੀ ਕਰਾ ਕੇ ਛੱਡਾਂਗੇ ਔਰ ਸਾਨੂੰ ਯੂ نو ਪ੍ਰੋਪੇਗੈਂਡਾ ਮਿਲ ਜਾਏਗਾ ਆਉਣ ਵਾਲੇ ਦਿਨਾਂ ਦੀ ਖਬਰ ਚਲਾਉਣ ਲਈ, ਇੱਕ ਹਫਤੇ ਲਈ। ਸੋ ਦੇ ਵਰਕ ਔਨ ਦੈਟ। ਦੇਰ ਇਜ਼ ਨੋ ਫਰੀडम ਫॉर ਪ੍ਰੈਸ। ਉਹਨਾਂ ਨੂੰ ਜੋ ਕਹਿਣਗੇ ਉਹ ਲਿਖ ਕੇ ਦੇਣਗੇ। ਓਬਵੀਅਸਲੀ ਅਗਰ ਤੁਸੀਂ ਦਿਨ ਦੇ ਵਿੱਚ 10 ਵਾਰ ਸੁਣੋਗੇ ਮੋਦੀ 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 ਮੋਦੀ, तो ਤੁਹਾਡੇ ਵਿੱਚ ਯੂ نو ਯੂ ਟੈਂਡ ਟੂ ਮੈਮੋਰਾਈਜ਼ ਦੈਟ ਥਿੰਗ, ਔਰ ਤੁਹਾਨੂੰ ਲੱਗੇਗਾ ਯਾਰ ਇੰਨਾ ਕੁਝ ਕਹਿ ਰਹੇ ਤੇ ਠੀਕ ਹੀ ਕਹਿ ਰਹੇ ਹੋਣਗੇ। ਆਪੋਜੀਸ਼ਨ ਦੀ ਤੁਸੀਂ ਗੱਲ ਨਹੀਂ ਦੱਸੋਗੇ, ਯੂਥ ਜਿਹੜਾ ਦੇ ਯੂਥ ਦੇ ਕ੍ਰਾਈਸਿਸ ਤੁਸੀਂ ਉਹ ਗੱਲ ਨਹੀਂ ਦੱਸੋਗੇ, ਯੂਥ ਦੇ ਨਾਲ ਕੀ ਬਰਬਤਾ ਹੋ ਰਹੀ ਹੈ, ਯੂ ਵਿਲ ਨਾਟ ਸ਼ੋ ਦੈਟ। ਸੋ ਦੇਰ ਇਜ਼ ਨੋ ਫਰੀडम ਟੂ ਪ੍ਰੈਸ, ਵਿਚ ਜਿਹੜਾ ਜਿਹਨੂੰ ਕਹਿੰਦੇ ਸੀ ਫੋਰਥ ਪਿਲਰ ਆਫ ਡੈਮੋਕ੍ਰੇਸੀ, ਦੈਟਸ ਨਾਟ देयर, ਵੀ ਕੈਨ ਸੀ। नो ਓਕੇ ਡਾਕਟਰ ਰੀਤੂ ਸਿੰਘ ਜੀ, ਤੁਹਾਡੀ ਅਧਿਕਾਰ ਯਾਤਰਾ ਬੜਾ ਜ਼ਿਕਰ ਚੱਲ ਰਿਹਾ, ਲਗਾਤਾਰ 2 ਹਫ਼ਤਿਆਂ ਤੋਂ ਯੂਪੀ ਦੇ ਵਿੱਚ ਰਹਿ ਕੇ ਬਿਲਕੁਲ ਰਿਮੋਟ ਏਰੀਆ ਦੇ ਵਿੱਚ ਜਾ ਕੇ ਤੁਹਾਨੂੰ ਲੱਗਾ ਹੈ, ਕਿਉਂਕਿ ਉੱਥੇ ਦਾ ਜਿਹੜਾ ਮੁੱਖ ਮੰਤਰੀ ਹੈ ਯੋਗੀ ਜੀ, ਉਹ ਆਉਣ ਵਾਲੇ ਸਮੇਂ 'ਚ ਪ੍ਰੈਡਿਕਟ ਕੀਤਾ ਜਾ ਰਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਹੋਏਗਾ। ਉਹ ਕੋਸ਼ਿਸ਼ ਕਰ ਰਿਹਾ ਕਿ ਰਾਮ ਰਾਜ ਉੱਥੇ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ। ਤੁਹਾਨੂੰ ਕਿਹੋ ਜਿਹਾ ਰਾਮ ਰਾਜ ਨਜ਼ਰ ਆਇਆ? ਵਾਕਈ ਹੀ ਲੋਕ ਉੱਥੇ ਭੁੱਖਮਰੀ ਕਰਕੇ ਤਰਾਹ ਤਰਾਹ ਕਰ ਰਹੇ ਨੇ, ਪਾਣੀ ਕਰਕੇ ਤਰਾਹ ਤਰਾਹ ਕਰ ਰਹੇ ਨੇ? ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਲੜਕੀਆਂ ਦਾ ਰੇਪ ਹੋ ਰਿਹਾ, ਕਿੰਨੇ ਪਰਿਵਾਰ ਤੁਹਾਨੂੰ ਉੱਥੇ ਜਾ ਕੇ ਮਿਲੇ ਨੇ ਜਿਹੜੇ ਕਹਿ ਰਹੇ ਨੇ ਕਿ ਇੱਥੇ ਡਿਵੈਲਪਮੈਂਟ ਹੋ ਰਹੀ ਹੈ ਜਾਂ ਵਾਕਈ ਰਾਮ ਰਾਜ ਹੋ ਰਿਹਾ ਜੀ? ਕੋਈ ਰਾਮ ਰਾਜ ਨਹੀਂ ਹੈਗਾ ਜੀ। ਅਸੀਂ ਐਕਚੁਅਲੀ ਸਾਡਾ ਕੰਮ ਹੀ, ਸਾਡਾ ਦਿਲ ਹੀ ਸੀਗਾ ਕਿ ਅਸੀਂ ਪਿੰਡਾਂ ਵਿੱਚ ਜਾਈਏ, ਸਪੈਸ਼ਲੀ ਅਸੀਂ ਉਸ ਕਮਿਊਨਿਟੀ ਦੇ ਕੋਲ ਜਾਈਏ ਜਿਹੜੇ ਜਿੱਦਾਂ ਮਾਈਨੋਰਿਟੀ ਸੈਕਸ਼ਨ ਹੋ ਗਏ, ਜਿੱਦਾਂ ਮੈਂ ਕਿਹਾ ਮਾਰਜਨਲਾਈਜ਼ ਕਮਿਊਨਿਟੀਜ਼ ਹੋ ਗਏ, ਕਿਉਂਕਿ ਉਹ ਜਿਹੜੇ ਹੈਗੇ ਨਾ ਨੰਬਰ ਵਿੱਚ ਜ਼ਿਆਦਾ ਹੈਗੇ। ਉਹ 85% ਟੋਟਲ ਮਿਲਾ ਕੇ ਬੰਦੇ ਨੇ ਆਫ ਦਾ ਟੋਟਲ ਪਾਪੂਲੇਸ਼ਨ। ਤੇ ਜਿਹੜੇ ਇਹਨਾਂ ਦੇ ਨੰਬਰ ਹੈਗੇ, ਜਿਹੜਾ ਇਹਨਾਂ ਦਾ ਵੋਟ ਬੈਂਕ ਹੈ, ਜਿਹੜਾ ਹਿੰਦੂਤਵਾ ਦਾ ਏਜੰਡਾ ਕਰਦੇ ਨੇ ਜਾਂ ਸੋ ਕਾਲਡ ਪਲੇ ਗੇਮ ਜਿਹੜੀ ਖੇਲਦੇ ਨੇ, ਯੂ نو ਜਾਤੀ ਦੀ, ਦ ਕਾਸਟ ਗੇਮ ਜਿਹੜੀ ਖੇਲਦੇ ਨੇ, ਜਾਂ ਰਿਲੀਜਨ, ਅਪਰ ਕਾਸਟ ਕਮਿਊਨਿਟੀ, ਜਾਂ ਜੋ ਵੀ ਹਿੰਦੂਤਵਾ ਦਾ ਆਪਣਾ ਫੈਲਾਉਣਾ ਚਾਹੁੰਦੇ ਨੇ, ਇਹਨਾਂ ਦਾ ਜਿਹੜਾ ਇਹ ਏਜੰਡਾਸ ਹੈਗੇ ਨਾ, ਅਸੀਂ ਉਹਨੂੰ ਰਿਐਲਿਟੀ ਨੂੰ ਦੇਖਣਾ ਚਾਹੁੰਦੇ ਸੀਗੇ ਕਿ ਕੀ ਹੈਗਾ। ਅਸੀਂ ਜਦ ਗਏ ਅਧਿਕਾਰ ਯਾਤਰਾ ਨੂੰ, ਅਸੀਂ ਸਾਡਾ ਇਹ ਮੇਨ ਏਮ ਸੀਗਾ ਕਿ ਜਿਹੜਾ ਖਾਲੀ ਵਰਡਸ ਵਿੱਚ ਨਾ ਦੱਸੋ, ਲੈਟਸ ਗੋ ਐਂਡ ਜਸਟ ਸੀ ਐਂਡ ਫੀਲ ਕਿ ਵੂਮਨ ਦੀ ਕੀ ਸਿਚੁਏਸ਼ਨ ਹੈਗੀ। ਵੂਮਨ ਨੂੰ
ਮੇਨ ਧਾਰਾ ਤੋਂ ਮੁੱਖ ਧਾਰਾ ਤੋਂ ਜੋੜਨ ਲਈ ਅਸੀਂ ਗਏ ਸੀਗੇ, ਉਹਨਾਂ ਦੇ ਅਧਿਕਾਰਾਂ ਲਈ ਉਹਨਾਂ ਨੂੰ ਜਗਾਉਣ ਲਈ, ਉਹਨਾਂ ਨੂੰ ਰਿਅਲਾਈਜ਼ ਕਰਾਉਣ ਲਈ the value of their vote, which is the most important thing. As Dr. Bhimrao Ambedkar said, ਉਹਨਾਂ ਨੇ ਲਿਖਿਆ ਹੈ ਆਪਣੇ ਭਾਸ਼ਣਾਂ ਵਿੱਚ ਵੀ, ਲਿਖ ਕੇ ਵੀ ਦਿੱਤਾ ਹੈ ਕਿ one vote one value, one person one vote one value. So believe you me, ਉਹਨਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ, ਇਦਾਂ नहीं है कि वो वोट देना नहीं चाहते, but they're like हमें तो हर कोई आता उल्लू ही बना के चला जाता है। अब आप लोग बताओ आप किस पार्टी से आए हो, आप किस एजेंडे से आए हो, क्योंकि वो एक बार ही आते हैं साल में हमारे पास, मतलब इतने और उसके बाद वो कभी नहीं आते, और उसके बाद वो वोट लेके चले जाते, बड़े बड़े वादे करते, वापस नहीं आते। लिटरली ਇਹ ਗੱਲਾਂ ਸੁਣਨ ਵਿੱਚ ਲੱਗਦੀਆਂ ਕਿ ਇਦਾਂ ਹੀ ਹੋਣੀਆਂ, ਬਟ these were the statements of the people on ground, ਜਿਹੜੇ ਉੱਥੇ ਦੇ ਹੈਗੇ ਵਿਲੇਜ ਤੇ ਜਿਹੜੀ ਜਨਾਨੀਆਂ ਹੈਗੀਆਂ ਉਹ, ਔਰ ਇੱਕ ਕੋਈ ਪਤਾ ਨਹੀਂ ਕੋਈ ਯੋਜਨਾ ਸੀਗੀ ਮੋਦੀ ਜੀ ਦੀ, ਜਿੱਥੇ ਪਤਾ ਨਹੀਂ ਘਰ ਬਣਾਉਣ ਲਈ ਕੁਝ ਸੀਗਾ ਜਾਂ ਲੈਂਟਰ ਪਾਉਣ ਲਈ, ਮੈਨੂੰ ਨਹੀਂ ਪਤਾ ਕੀ ਸੀਗਾ, ਮੈਂ ਧਿਆਨ ਵਿੱਚ ਨਿਕਲ ਗਿਆ। वो कुड़ी मेरे पैरे हाथ लगे, एडी बड़ी जनानी मेरे पैरे हाथ लगे रोन लग पे कि दीदी हमारा कुछ करवाओ, हमें एक किश्त दिया उल्लू बनाया, दोबारा नहीं दिया, हम पहले वाला भी घर तोड़ दिए अपना, अब जो हम घर डाले हैं उस पे आधा लेंटर पड़ा आधा नहीं पड़ा, बारिश में पूरा पानी अंदर आ जाता है। आई हैव दोज वीडियोज, I actually don't want to show her face publicly, मेरी टीम है एडिट करेगी तो मैं दसांगी, this is the reality। और जिद्दां मैं ਤੁਹਾਨੂੰ ਕਿਹਾ यूपी ਦੇ ਵਿੱਚ लिटरली it's not safe, ਉਹ ਆਪਣੀ ਕੁੜੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ। ਕਿਉਂ? एडे ਵੱਡੇ ਤੁਸੀਂ ਕਹਿੰਦੇ ਹੋ, ਇੱਥੋਂ ਤੁਸੀਂ ਹਿਸਾਬ ਲਗਾ ਲਓ ਨਾ, ਤੁਸੀਂ ਕਹਿੰਦੇ ਹੋ ਰਾਮ ਰਾਜ, ਤੁਸੀਂ ਮੰਦਿਰਾਂ ਦੇ ਪਿੱਛੇ ਲੋਕਾਂ ਨੂੰ ਲੜਾਉਂਦੇ, ਤੁਸੀਂ ਕਹਿੰਦੇ ਮੰਦਿਰ ਤਾਂ ਵਹੀ ਬਣੇਗਾ, ਤੇ ਫਿਰ ਜੇ ਤੁਸੀਂ ਬਾਰ-ਬਾਰ ਕਲੇਮ ਕਰਦੇ ਹੋ ਕਿ ਭਗਵਾਨ ਮੰਦਿਰ में है, आई एम नॉट एथिस्ट, बट आई वांट टू नो दिस, those pujaris they claim that भगवान यहाँ पे है, यहाँ पूजा करने आओ, then how can a padhari that pujari rape a 9 years old girl in Delhi recently? किधे राज विच हो रहा है? From where you know they get this courage और guts कितों आंदे ने? क्योंकि आपके पास जस्टिस का कोई फॉर्मूला ही नहीं है हमारी कंट्री में कि अगर किसी ने क्राइम किया है, इत्थे हाथरस ਵਿੱਚ ਅਸੀਂ ਹਾਥਰਸ ਵਿੱਚ ਵੀ ਪਰਿਵਾਰ ਨੂੰ ਮਿਲੇ, ਜੋ ਇੰਨਾ ਵੱਡਾ ਮਨੀਸ਼ਾ ਵਾਲਮੀਕੀ ਦਾ ਕਾਂਡ ਹੋਇਆ ਸੀਗਾ, ਉਸ ਪਰਿਵਾਰ ਕੋਲ ਗਏ ਅਸੀਂ, ਉਹਨਾਂ ਨੂੰ ਮਿਲੇ, ਉਹਨਾਂ ਦੀ ਫੈਮਿਲੀ ਨੂੰ ਇਹ ਕਿ, ਔਰ ਅਸੀਂ ਉਹਨਾਂ ਦੀ ਪ੍ਰਾਈਵੇਸੀ ਨੂੰ ਸਮਝਿਆ, ਉਹਨਾਂ ਦੀ ਫੈਮਿਲੀ ਨੇ ਕਿਹਾ ਕਿ ਸਾਨੂੰ ਮਨਾ ਕੀਤਾ ਹੋਇਆ ਹੈ, ਸਾਡੀ ਵੀਡੀਓਜ਼ ਨਹੀਂ ਲੈ ਸਕਦੇ, ਫੋਟੋਜ਼ ਨਹੀਂ, ਅਸੀਂ ਕੁਝ ਕਹਿ ਨਹੀਂ ਸਕਦੇ। ਬਾਕੀ ਉਹਨਾਂ ਨੇ ਸਾਨੂੰ 1-2 ਘੰਟਾ ਘਰ ਬਿਠਾ ਕੇ ਪੂਰਾ ਸਮਝਾਇਆ, ਸਾਰੀ ਸਿਚੁਏਸ਼ਨ ਦੱਸੀ। ਦੇ ਆਰ ਆਈ ਬਿਲੀਵ ਲਿਟਲ ਬਿਟ ਮਿਸਗਾਈਡਡ, ਜੋ ਮੈਨੂੰ ਲੱਗ ਰਿਹਾ ਹੈ, ਬਟ ਆਈ ਵਿਸ਼ them luck ਕਿ ਉਹਨਾਂ ਦੇ ਨਾਲ ਜਲਦੀ ਤੋਂ ਅੱਛਾ ਹੋਏ। ਬਟ ਦੇ ਵਰ ਟੈਲਿੰਗ ਮੀ ਕਿ ਇੰਨਾ ਖੋਫ ਹੈਗਾ ਕਮਿਊਨਿਟੀਜ਼ ਦਾ ਉੱਥੇ, ਉਹਨਾਂ ਨੂੰ ਕੌਣ ਦਿੰਦਾ? ਪ੍ਰਸ਼ਾਸਨ ਹਿੰਮਤ ਦਿੰਦਾ ਗੁੰਡਾਗਰਦੀ ਕਰਨ ਦੀ। ਉਹ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਬਿਠਾਈ ਹੋਈ ਸੀ, ਐਂਡ ਉਹ ਕਹਿੰਦੇ ਸੀਗੇ ਕਿ ਸਾਨੂੰ ਇੰਨੀ ਧਮਕੀਆਂ ਆ ਰਹੀ ਸੀਗੀ। ਪਹਿਲਾ ਐਸਾ ਦੇਸ਼ ਹੈ, ਤੁਸੀਂ ਦੇਖੋ ਸੋਚੋ ਕਿ ਜਿੱਥੇ ਆਰੋਪੀ ਲਈ ਸਭਾ ਲੱਗ ਰਹੀਆਂ, ਜਿਹਨੇ ਰੇਪ ਕੀਤਾ ਉਹਦੇ ਲਈ ਰੈਲੀਆਂ ਨਿਕਲ ਰਹੀਆਂ ਉਹਨੂੰ ਬਚਾਉਣ ਲਈ, ਆਰੋਪੀ ਜਿਹੜਾ ਹੈਗਾ ਉਹਦੇ ਲਈ ਸਭਾ ਬੈਠ ਰਹੀ ਹੈ ਪਿੰਡਾਂ ਵਿੱਚ, ਜਿਹੜੀ ਪੰਚਾਇਤ ਹੁੰਦੀ ਹੈ ਉਹਨੂੰ ਬਚਾਉਣ ਲਈ। ਐਂਡ ਜਿਹੜੀ ਕੁੜੀ ਨਾਲ ਰੇਪ ਹੋਇਆ ਉਹ ਹਾਲੇ ਤੱਕ ਕੁਝ ਨਹੀਂ ਪਤਾ ਕਿ ਕੀ ਸਜ਼ਾ ਹੋਏਗੀ ਕੀ ਨਹੀਂ ਹੋਏਗਾ। We don't have any idea. This is what is happening in a country. So from where do you expect justice? Oh my God. ਜੀ ਡਾਕਟਰ ਰਿਤੂ, ਤੁਸੀਂ ਬੜਾ ਕਹਿ ਲਓ ਕਿ ਸਟਰੋਂਗਲੀ ਇਹ ਆਵਾਜ਼ ਚੁੱਕ ਰਹੇ ਹੋ, ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਨੌਜਵਾਨਾਂ ਨੂੰ ਆਪਣੇ ਨਾਲ ਜੋੜ ਰਹੇ ਹੋ, ਉਹਨਾਂ ਨੂੰ ਅਵੇਅਰਨੈਸ ਦੇ ਰਹੇ ਹੋ। ਕਈ ਵਾਰੀ ਹੁੰਦਾ ਕਿ ਜਦੋਂ ਜਿਹੜਾ ਬੰਦਾ ਬਹੁਤ ਜ਼ਿਆਦਾ ਸੱਚ ਬੋਲਦਾ ਨਾ, ਇਕੱਲਾ ਰਹਿ ਜਾਂਦਾ ਆ, ਤੇ ਉਹਦੇ ਤੇ ਦਬਾਅ ਪਾਇਆ ਜਾਂਦਾ, ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੀ ਇਹ ਸੱਚ ਇੰਨਾ ਨਾ ਬੋਲ, ਤੂੰ ਵੀ ਤੂੰ ਜੋ ਅਸੀਂ ਕਵਾਂਗੇ ਉਹ ਬੋਲ। ਕਦੀ ਹੋਇਆ ਕਿਸੇ ਨੇ ਦਬਾਅ ਪਾਇਆ ਕਿ ਕੁਝ ਇਹੋ ਜਿਹਾ ਤੁਹਾਡੇ ਨਾਲ ਕਿਸੇ ਪਾਸਿਓਂ ਪੋਲੀਟੀਕਲ ਪਾਰਟੀਆਂ ਜਾਂ ਕਿਸੇ ਪੁਲਿਸ ਵੱਲੋਂ ਜਾਂ ਕਿਸੇ ਵੱਲੋਂ ਤੁਹਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਤਾਂ ਜਮਾ ਹੀ ਜਿਹੜਾ ਮੁਲਕ ਦੇ ਵਿੱਚ ਅਸਲੀ ਹੋ ਰਿਹਾ ਉਹ ਸਾਹਮਣੇ ਲਿਆ ਰਹੇ ਹੋ ਯੂਥ ਦੇ? जी पुलिस वाली साइड तो नहीं होया, क्योंकि आई एम अ लॉ अबाइड, यू नो ਜਿਹੜਾ ਹੈਗਾ, ਮੈਂ ਆਪਣੇ ਲਾਅ ਦੀ ਆਪਣੇ ਕਨਸਟੀਟਿਊਸ਼ਨ ਦੀ ਰਿਸਪੈਕਟ ਕਰਦੀ ਹਾਂ। ਜੇ ਜਿੱਦਾਂ ਵੀ ਤੁਸੀਂ ਦੇਖਿਆ ਹੀ ਹੋ ਨਾ, ਕਿਸਾਨ ਅੰਦੋਲਨ ਵੀ 9 ਮਹੀਨੇ ਹੋ ਗਏ ਬੈਠੇ ਹੋਏ, ਬਟ ਕਿੰਨਾ ਸ਼ਾਂਤੀਪੂਰਵਕ ਅੰਦੋਲਨ ਹੈ, ਬਿਕਾਜ਼ ਵੀ ਲਵ ਆਰ ਕੰਟਰੀ। ਸਾਡੇ ਘਰ ਦੇ ਲੋਕੀ, ਮੈਂ ਆਰਮੀ ਮੇਰੇ ਜਿਹੜੇ ਆਮ ਇੰਡੀਅਨ ਆਰਮੀ ਨੂੰ ਸਰਵ ਕੀਤਾ, ਮੇਰੇ ਗ੍ਰੈਂਡਫਾਦਰ ਨੇ, ਮੇਰੇ ਚਾਚਾ ਜੀ ਸਾਰੇ, तो आई नो कि साडे प्रिंसिपल्स की है अपने यू नो स्टेट ਲਈ, अपनी कंट्री ਲਈ। बट हाँ, कमिंग बैक टू योर पॉइंट, जिद्दां तुसीं किहा कि दबाव पाउण ਲਈ, दे वर्क वेरी स्मार्टली, वेरी स्ट्रैटेजिकली। सो वेयर आई वाज वर्किंग, ਜਿਹੜਾ ਮੇਰਾ ਕਾਲਜ ਸੀਗਾ ਜਿੱਥੇ ਮੈਂ ਪੜ੍ਹਾਉਂਦੀ ਹਾਂ, ਦਿੱਲੀ ਯੂਨੀਵਰਸਿਟੀ, ਉਸ ਕਾਲਜ ਦੀ ਪ੍ਰਿੰਸੀਪਲ ਪਹਿਲੇ ਤਾਂ ਕਾਂਗਰਸ ਤੋਂ ਲੱਗੀ ਸੀਗੀ, ਠੀਕ ਆ, ਕੋਈ ਤੀਨ ਧਰਮ ਨਹੀਂ ਹੁੰਦਾ ਇਹਨਾਂ ਦਾ, ਜਿਹਨਾਂ ਦੀ ਸੱਤਾ ਹੈਗੀ, ਜਿਹਨਾਂ ਦੀ ਪਾਵਰ ਹੈਗੀ ਆ,
ਉੱਥੇ ਹੀ ਮੱਥਾ ਮਾਰਨਗੇ, ਉੱਥੇ ਹੀ ਹੱਥ ਪੈਰ ਜੋੜਨਗੇ। ਸੋ ਗੰਗਾ ਗਏ ਤਾਂ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਰਾਮ ਰਾਮ ਤੇ ਜਮਨਾ ਗਏ, ਤੇ ਜਿਹੜੀ ਜਿੱਥੇ ਪਹੁੰਚ ਗਏ ਉਹੀ ਬੋਲੀ। ਸੋ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਦੀ ਦੱਸੋ ਕੀ ਹੋਇਆ? ਹਾਂਜੀ ਹਾਂਜੀ, ਹੁਣ ਕੀ ਹੋ ਗਿਆ, ਜਦ 2014 ਦੇ ਬਾਅਦ ਬੀਜੇਪੀ ਆ ਗਈ, ਹੁਣ ਉੱਥੇ ਸੈਲੂਟ ਵੱਜਣ ਲੱਗ ਪਿਆ। ਨਾਓ ਸ਼ੀ ਸੈਲਫ ਕਲੇਮਡ ਆਰਐਸਐਸ, ਸ਼ੀ ਸੈਲਫ ਕਲੇਮਡ ਬੀਜੇਪੀ। ਪਹਿਲੇ ਉਹ ਕਾਂਗਰਸ ਸੀਗੀ, ਕਿਉਂਕਿ ਪਹਿਲੇ ਜਦ ਕਾਂਗਰਸ ਦਾ ਵੀਸੀ ਸੀਗਾ ਉਹਨੇ ਉਹਨੂੰ ਲਾਇਆ ਸੀਗਾ, ਅਪਾਇੰਟ ਕੀਤਾ ਸੀਗਾ। ਐਂਡ ਸ਼ੀ ਇਜ਼ ਅ ਇਲੀਗਲ ਪ੍ਰਿੰਸੀਪਲ ਦੇਅਰ, ਕਿਉਂਕਿ ਦਿੱਲੀ ਯੂਨੀਵਰਸਿਟੀ ਵਿੱਚ 5 ਸਾਲ ਤੋਂ ਜ਼ਿਆਦਾ ਕਿਸੇ ਦਾ ਕੰਟਰੈਕਟ ਰੀਨਿਊ ਨਹੀਂ ਹੁੰਦਾ, ਤੇ ਆਪਣੀ ਪੂਰੀ ਸੈਟਿੰਗ ਕਰਕੇ ਦਾਦਾਗਿਰੀ ਨਾਲ ਚੇਅਰਪਰਸਨ ਜਿਹੜੀ ਕਾਲਜ ਦੀ ਹੈਗੀ ਹੈ, ਸ਼ੀ ਇਜ਼ ਦ ਬਾਸ, ਰਾਈਟ? ਚੇਅਰਪਰਸਨ ਨੂੰ ਵੀ ਓਵਰ ਰੂਲ ਕਰਕੇ ਉੱਪਰੋਂ ਲਿਖਾ ਕੇ ਲੈ ਕੇ ਆ ਕੇ ਬਹਿ ਗਈ। ਨਾ ਸ਼ੀ ਵਾਸ ਵਾਚਿੰਗ ਮਾਈ ਐਕਟੀਵਿਟੀਜ਼, ਬਿਕਾਜ਼ ਜਿੱਦਾਂ ਤੁਸੀਂ ਕਿਹਾ ਸੱਚ ਦੀ ਆਵਾਜ਼ ਔਰ ਰਿਐਲਿਟੀ ਨੂੰ ਬਿਲਕੁਲ ਮੁਖਰ ਹੋ ਕੇ ਰੱਖਣਾ, that is I am, I will do it. What you will do, you will rest, you can put us in behind bars, we are not scared of that. ਤੋ ਤੁਹਾਡੇ ਡੰਡੇ ਤੋਂ ਅਸੀਂ ਨਹੀਂ ਡਰਦੇ, ਤੁਹਾਡੀ ਧਮਕੀਆਂ ਤੋਂ ਅਸੀਂ ਨਹੀਂ ਡਰਦੇ, ਕਿਉਂਕਿ ਤੁਸੀਂ ਆ ਦਹਿਸ਼ਤ ਦੀ ਰਾਜਨੀਤੀ ਕਰਨਾ ਚਾਹੁੰਦੇ। ਸੋ ਉਹ ਪ੍ਰਿੰਸੀਪਲ ਨੇ ਵੀ ਮੈਨੂੰ ਕਮਰੇ ਵਿੱਚ ਬੰਦ ਕੀਤਾ 10 ਅਗਸਤ 2020 ਨੂੰ, ਪੈਂਡੇमिक ਦੇ ਟਾਈਮ ਤੇ, ਜਦ ਪ੍ਰਧਾਨ ਮੰਤਰੀ ਕਹਿੰਦੇ हैं कि कोई भी एम्प्लॉय को नहीं निकालेगा, कोई भी किसी एम्प्लॉय को, किसी भी गवर्नमेंट ऑफिशियल या किसी भी बंदे को घर से भी, किराए से भी नहीं, किराएदार को भी नहीं निकालेगा। और गवर्नमेंट जॉब से क्या, कॉन्ट्रैक्चुअल परमानेंट एम्प्लॉय या किसी भी नौकरी से बेसिकली नहीं निकालेंगे। बट लुक एट द गट्स ऑफ दैट लेडी, एक औरत होके, सी आप इन्ने सारे स्ट्रिक्ट रूल सी, गाइडलाइन सी सरकार दी, यूनिवर्सिटी हायर मिनिस्ट्री दी गाइडलाइंस। सो शी डिडंट, I am working as on ad hoc basis. I was the youngest faculty ਉਸ ਕਾਲਜ ਵਿੱਚ। ਇੰਨੀ ਸਾਰੀ ਗਾਈਡਲਾਈਨਸ ਹੋਣ ਤੋਂ ਬਾਵਜੂਦ ਮੇਰਾ ਜੁਆਇਨਿੰਗ ਲੈਟਰ ਐਕਸੈਪਟ ਨਹੀਂ ਕੀਤਾ। ਅਸੀਂ ਸਾਡੀ ਨਾ 6 ਮਹੀਨੇ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਜਿਹੜੇ ad hoc basis ਤੇ ਕੰਮ ਕਰਦੇ ਜੁਆਇਨਿੰਗ ਹੁੰਦੀ ਹੈ। ਸੋ ਵਾਟ ਦੈਟ ਪ੍ਰਿੰਸੀਪਲ ਡਿਡ ਵੈਰੀ ਸਮਾਰਟਲੀ, ਮੈਨੂੰ ਰੂਮ ਵਿੱਚ ਬੁਲਾ ਕੇ ਨਾ ਮੈਨੂੰ ਐਮਬੈਰਸ ਕੀਤਾ, ਮੈਨੂੰ ਕੀ ਨਹੀਂ ਸੁਣਾਇਆ। ਉਹਨੂੰ ਲੱਗਿਆ ਇਹਨੂੰ ਥ੍ਰੈਟਨ ਕਰਾਂਗੀ, ਕਿਉਂਕਿ ਮੇਰੀ ਵੀਡੀਓਜ਼ ਜਿਹੜੀ ਹੁੰਦੀਆਂ ਸੀਗੀਆਂ ਨਾ ਸਾਰੇ ਕਾਲਜ ਦੇ ਗਰੁੱਪਸ ਵਿੱਚ ਇੱਥੇ ਉੱਥੇ ਵਾਇਰਲ ਹੋ ਜਾਂਦੀਆਂ ਸੀਗੀਆਂ। ਐਂਡ ਮੇਰਾ ਇੱਕ ਅਲੱਗ ਹੀ ਸਟੂਡੈਂਟਸ ਦੇ ਨਾਲ ਕਨੈਕਸ਼ਨ ਸੀਗਾ। स्टूडेंट्स को बहुत अच्छा लगता है कि मैम आप सच बोलती हैं, इतना अच्छा काम करते हैं, हमें बड़ी हिम्मत मिलती है, मैम वी वांट टू बी लाइक यू, आप कितनी यंग है। हमें कई बार जेलस भी होता है कि आप हमसे भी यंग लगती हैं, और ऐसा तो मैम हमने पहली ऐसी टीचर देखी होगी जो इतना अच्छे से बोलती है। और बाकी सारे टीचर्स भी ना इदा दे थोड़े थोड़े पावरफुल फील करते सीगे। बट दैट लेडी थॉट कि जे सारियां ਇਹੋ ਜਿਹੀਆਂ ਹੋ ਗਿਆ, ਮੇਰਾ ਤੇ ਸਿਆਪਾ ਹੀ ਹੋ ਜੂ, ਮੈਨੂੰ ਤਾਂ ਕੋਈ ਮੰਨੂ ਹੀ ਨਾ, ਪੁੱਛੂ ਹੀ ਨਾ। ਤੇ ਆ ਤੇ ਗਵਰਨਮੈਂਟ ਦੇ ਸਾਹਮਣੇ ਡਰਦੀ ਨਹੀਂ ਹੈਗੀ, ਮੁਖਰ ਹੋ ਕੇ ਬੋਲਦੀ ਹੈ, ਔਰ ਬੁਰਾਈ ਤੇ ਬੁਰਾਈ ਕਰ ਰਹੀ ਹੈ, ਤੇ ਸਾਰੇ ਭੇਤ ਖੋਲੀ ਜਾ ਰਹੀ ਹੈ। ਇਹ ਮੈਨੂੰ ਲੱਗਦਾ ਜ਼ਿਆਦਾ ਪੜ ਗਈ ਆ। ਕਮਰੇ ਵਿੱਚ ਕੁੰਡੀ ਲਾ ਕੇ, ਮਤਲਬ ਬੰਦ ਕਰਕੇ ਮੈਨੂੰ ਖੂਬ ਧਮਕਾਇਆ, ਇਹ ਉਹ। ਮੈਂ ਵੀ ਥੋੜੀ ਦੇਰ ਤੱਕ ਸੁਣਿਆ। ਹੁੰਦਾ ਨਾ ਤੁਸੀਂ, ਯੂ ਡੋਨਟ ਵਾਂਟ ਟੂ ਲੂਜ਼ ਯੋਰ ਜੌਬ ਬਿਕਾਜ਼ ਵੀ ਡੋਨਟ ਹੈਵ ਜੌਬਸ ਇਨ ਆਰ ਕੰਟਰੀ, ਇਟਸ ਆਲ ਫੇਕ। ਯੂਥ ਸੜਕਾਂ ਤੇ ਹੈਗਾ ਜੈਨੂਇਨਲੀ। ਸੋ ਆਈ ਆਲਸੋ for a moment I thought in my head ਕਿ ਯਾਰ ਇਦਾਂ ਨਾ ਹੋਏ ਕਿ ਤੇ ਨੌਕਰੀ ਤੋਂ ਹੱਥ ਦੇਣਾ ਉਹ ਪੈ ਜਾਏ। ਵੈਸੇ ਵੀ ਜੌਬ ਨਹੀਂ ਹੈਗੀ ਤੇ ਮਾਪਿਓ ਨੂੰ ਕੀ ਜਵਾਬ ਦੇਵਾਂਗੇ ਕਿ PhD ਕਰ ਲਈ, ਹੁਣ ਇੰਨੀ ਵੱਡੀ ਡਿਗਰੀ ਵੀ ਲੈ ਲਈ, ਉਹ ਦਿੱਲੀ ਯੂਨੀਵਰਸਿਟੀ ਤੋਂ ਫਿਰ ਬੇਰੋਜ਼ਗਾਰ ਹੋ ਗਏ, ਤੇ ਫਿਰ ਬੇਰੋਜ਼ਗਾਰ ਹੋ ਕੇ ਆਵਾਜ਼ ਵੀ ਕਿੱਦਾਂ ਚੱਕਣੀ ਆ। ਤੇ ਮੈਂ ਚੁੱਪ ਕਰਕੇ ਬਾਹਰ ਆ ਗਈ। ਬਟ ਫਿਰ ਦਿੱਲੀ ਯੂਨੀਵਰਸਿਟੀ ਦਾ ਐਡਮਿਨਿਸਟ੍ਰੇਸ਼ਨ ਹੁੰਦਾ ਹੈ, ਉਹਨਾਂ ਨੂੰ ਮੈਂ ਇਨਫੋਰਮ ਕੀਤਾ, ਉਹ ਗਏ, ਉਹਨਾਂ ਨੂੰ ਸਮਝਾਣਗੇ, ਪ੍ਰੋਸੈਸ ਚੱਲਿਆ, ਤੇ ਸ਼ੀ ਸੈਡ ਓਕੇ ਮੈਂ ਕਰ ਦਾਂਗੀ ਐਕਸੈਪਟ। अगले दिन फिर उन्हें चाल चली, फिर मैंने धमकाया, फिर मेरे ज्वाइनिंग एक्सेप्ट नहीं किया। आई थॉट नाउ आई हैव रियलाइज्ड कि तुम सरकार के खिलाफ क्यों बोलती हो, बहुत सारी चीज़ें कि पागल है, पागल सरदारनी है, बेवकूफ़ हरकतें करती है सबको, मतलब आई डोंट वांट टू गो इनटू दैट बिकॉज मेरे वकील ने क्या है ये सारी चीज़ें बोलनी नहीं हैगी। आई हैव स्ट्रॉन्ग डॉक्यूमेंट्स एंड प्रूफ, क्योंकि आ वीडियो मैं भी शेयर करांगी, मैं भी चाहती हूँ उद तक मैसेज आए। सो उन्होंने अल्टीमेटली मेरे लाइवलीहुड ते किक किया। this is the cost you pay। but मैं यूथ ਨੂੰ ਇਹ ਕਹਿਣਾ ਚਾਹੁੰਦੀ ਹਾਂ, ਜੇ ਅਸੀਂ ਡਰ ਗਏ ਇਹ ਸੋਚ ਕੇ ਕਿ ਨੌਕਰੀ ਗਈ ਜਾਂ ਕੀ ਹੋਏਗਾ ਸਾਡਾ, ਅਗਰ ਅਸੀਂ ਬੋਲ ਕੇ ਸਾਹਮਣੇ ਨਹੀਂ ਆਏ ਤੇ ਕੁਝ ਨਹੀਂ ਮਿਲਣਾ, ਸਾਨੂੰ ਕੁਝ ਨਹੀਂ ਮਿਲੂਗਾ। ਤੁਸੀਂ ਦੇਖਿਆ ਹੋਣਾ ਇੱਕ ਮੁੰਡਾ ਹੱਲੀ ਆਈ ਥਿੰਕ ਪਟਿਆਲਾ ਵਿੱਚ ਟਾਵਰ ਤੇ ਚੜ ਕੇ ਬੈਠਿਆ ਸੀਗਾ, ਸੁਰਿੰਦਰਪਾਲ, ਆਪਣੇ ਕੋਈ ਉਹਨਾਂ ਦੇ ਵੀ ਕੁਝ ਇਦਾਂ ਦੇ ਕ੍ਰਾਈਸਿਸ ਸੀਗੇ, ਸਰਕਾਰ ਕੁਝ ਉਹਨਾਂ ਦੀ ਗੱਲ ਨਹੀਂ ਮੰਨ ਰਹੀ ਸੀਗੀ, ਜੌਬਸ ਦੇ ਵਿੱਚ ਕੁਝ ਧਾਂਦਲੀ ਕਰ ਰਹੀ ਸੀਗੀ, ਆਈ ਥਿੰਕ ਬੈਕ ਐਂਟਰੀ ਕਿਸੇ ਦੀ ਕਰਵਾ ਰਹੀ ਸੀਗੀ ਆਪਣੇ ਲੋਕਾਂ ਦੀ, ਤੇ ਉਹਨਾਂ ਦਾ ਕੁਝ ਹੋ ਰਿਹਾ ਸੀਗਾ, ਮੈਨੂੰ ਕਲੀਅਰ ਨਹੀਂ ਹੈਗਾ ਕਨਸੈਪਟ। ਲੇਕਿਨ ਉਸ ਮੁੰਡੇ ਨੇ ਆਵਾਜ਼ ਚੱਕੀ, ਸਾਰਿਆਂ ਨੂੰ ਨਿਆਂ ਮਿਲਿਆ। ਸੇਮ ਗੋਜ਼ ਹੇਅਰ, ਯੂ ਨੀਡ ਟੂ ਰੇਜ਼ ਯੋਰ ਵੌਇਸ। ਅਗਰ ਤੁਸੀਂ ਇਫ ਯੂ ਆਰ ਨਿਊਟਰਲ ਇਨ ਦ ਸਿਚੁਏਸ਼ਨ ਆਫ ਇਨਜਸਟਿਸ, then you have chosen the side of an oppressor, you are party to it। I can't do that। ਜੇ ਮੈਂ ਚੁੱਪ ਰਹਿੰਦੀ ਔਰ ਮੈਂ ਬੋਲਦੀ ਨਹੀਂ, ਪਤਾ ਨਹੀਂ ਉਹਨੇ ਮੇਰੇ ਵਾਂਗ ਕਿੰਨਿਆਂ ਦੀਆਂ ਇਹੋ ਜਿਹੀਆਂ ਬੋਲੀਆਂ ਲਾ ਕੇ ਇਨਸਲਟ ਕਰਕੇ ਜੌਬ ਲੈ ਲੈਣੀ ਸੀਗੀ ਔਰ ਲੋਕਾਂ ਅਵੇਅਰ ਨਹੀਂ ਹੋਣਾ ਸੀਗਾ। ਸੋ ਦਿਸ ਇਜ਼ ਦਾ ਪ੍ਰਾਈਸ ਯੂ ਪੇ, ਇਟਸ ਓਕੇ, ਆਈ ਐਮ ਓਕੇ ਵਿਦ ਇਟ। 2 ਰੋਟੀਆਂ ਘੱਟ ਖਾ ਲਾਂਗੇ, ਠੀਕ ਹੈ। ਮੈਂ ਲਿਟਰਲੀ ਟੈਲ ਦਿਸ ਟੂ ਮਾਈ ਸੈਲਫ, ਮਰਾਂਗੇ ਤੇ ਨਹੀਂ ਨਾ,
if I have a capacity to eat, you know, ਜੇ ਮੈਂ ਬਹੁਤ ਲੈਵਿਸ਼ਿੰਗ ਲਾਈਫ ਜਿੰਦੀ ਸੀਗੀ, ਅੱਜ ਮੈਂ ਇੱਕ ਰੋਟੀ 'ਚ ਖੁਸ਼ ਰਹਿ ਲਾਂਗੀ, बट अपने आत्म, you know, जिसे कहते हैं अपने स्वाभिमान के साथ, अपनी सेल्फ रिस्पेक्ट के साथ, डिग्निटी के साथ, no, I will not compromise. I have this thing in my heart and mind. I'm very strong headed. If you will hurt my dignity, I will cut that ego into pieces. जिन्हें भी ये किया. So we have to be like that. The youth needs to realize कि जैसे आज नहीं बोले कुछ नहीं रहेगा. Believe you me, कुछ नहीं रहेगा. Yeah. ਜੀ ਸੱਚ ਬੋਲਣ ਕਰਕੇ ਡਾਕਟਰ ਰੀਤੂ ਸਿੰਘ ਆਪਣੀ ਜੌਬ ਤੋਂ ਅੱਤ ਹੋ ਬੈਠੀ। ਸੱਚ ਬੋਲਣ ਕਰਕੇ ਪਿਤਾ ਜੀ ਨੂੰ ਉਸੇ ਸਿਸਟਮ ਦੇ ਖਿਲਾਫ ਬੋਲਣ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ, ਕਹਿੰਦੇ ਆਕਸੀਜਨ ਹੈ ਨਹੀਂ, ਪਿਤਾ ਹੀ ਚਲੇ ਗਏ। ਆਉਣ ਵਾਲੇ ਸਮੇਂ 'ਚ ਡਾਕਟਰ ਰੀਤੂ ਸਿੰਘ ਨੂੰ ਡਰ ਨਹੀਂ ਲੱਗਦਾ ਕਿ ਮੈਂ ਸਾਰਾ ਕੁਝ ਗਵਾ ਬੈਠੀ ਆ, ਸਰਕਾਰਾਂ ਦੇ ਖਿਲਾਫ ਹੋ ਗਈ ਆ, ਆਉਣ ਵਾਲੇ ਸਮੇਂ 'ਚ ਕੁਝ ਵੀ ਕਰ ਸਕਦੇ ਨੇ? नहीं जी, बिल्कुल डर नहीं लगता। माई फादर वॉज दी बिगेस्ट, यू नो, एक कहते ना ब्लैसिंग कह लो या सपोर्ट सिस्टम। ਉਹੀ ਮੈਨੂੰ ਇਹ ਚੀਜ਼ ਕਹਿੰਦੇ ਸੀਗੇ ਕਿ सूरा सो पहचानिए जो लड़े दिन के हेत, पुरजा पुरजा कट मर कभी ना छाड़े खेत। तो आई स्ट्रांगली बिलीव दैट। ਮੈਨੂੰ ਨਹੀਂ ਲੱਗਦਾ ਡਰ, ਕੋਈ ਗੱਲ ਨਹੀਂ, ਅਸੀਂ ਨਹੀਂ ਕੁਝ ਕਰ ਪਾਏ, ਐਟਲੀਸਟ ਸਾਡੀ ਫਿਊਚਰ ਜਨਰੇਸ਼ਨਸ ਯਾਦ ਰੱਖਣਗੀਆਂ। ਆਈ ਐਮ ਨਾਟ ਫਰਮ ਦੋਸ ਫੈਮਲੀਜ਼ ਕਿ ਭਗਤ ਸਿੰਘ ਸਾਰਿਆਂ ਨੂੰ ਚੰਗਾ ਲੱਗਦਾ, ਭਗਤ ਸਿੰਘ ਜੰਮੇ ਲੇਕਿਨ ਆਪਣੇ ਘਰ ਨਹੀਂ। ਨੋ, ਮਾਈ ਫਾਦਰ ਸੈਡ ਕਿ ਭਗਤ ਸਿੰਘ ਜੰਮੇ ਪਹਿਲੇ ਮੇਰੇ ਘਰ ਜੰਮੇ। ਸੋ ਆਈ ਵਿਲ, ਯੂ ਨੋ, ਉਹਨਾਂ ਦੀ ਲੈਗੇਸੀ ਨੂੰ ਮੈਂ ਅੱਗੇ ਲੈ ਕੇ ਜਾਵਾਂਗੀ ਔਰ ਆਪਣੀ ਜਿਹੜੀ ਜਨਰੇਸ਼ਨ ਹੈਗੀ ਹੈ, ਆਈ ਵਾਂਟ ਟੂ ਲੀਵ ਅ ਗੁੱਡ ਮੈਸੇਜ। ਆਈ ਵਾਂਟ ਕਿ ਜਨਰੇਸ਼ਨ ਜਿਹੜੀ ਹੈਗੀ ਹੈ ਸਾਡੀ, ਉਹ ਸਮਝੇ ਇਸ ਚੀਜ਼ ਨੂੰ ਔਰ ਇਹੋ ਜਿਹੇ ਫਾਸਟੈਸਟ ਰੂਲਰ ਨੂੰ ਧੱਕੇ ਮਾਰ ਕੇ ਬਾਹਰ ਕੱਢੋ, ਕਿਉਂਕਿ ਇਹਨਾਂ ਨੇ ਨਾ ਦੇਸ਼ ਦੀ ਆਜ਼ਾਦੀ ਵਿੱਚ ਕੋਈ ਰੋਲ ਸੀਗਾ ਇਹਨਾਂ ਦਾ, ਇਹ ਔਰ ਰੋਲ ਇਹ ਲਿਟਰਲੀ ਭਗੋੜੇ ਸੀਗੇ। ਐਂਡ ਵੀ ਕਮ ਫਰਮ ਦ ਫੈਮਿਲੀ, ਚਾਹੇ ਸਾਡੀ ਸਿੱਖ ਹਿਸਟਰੀ ਲੈ ਲਓ, ਚਾਹੇ ਸਾਡੇ ਗੁਰੂਆਂ ਨੂੰ ਦੇਖ ਲਓ, ਚਾਹੇ ਸਾਡੀ ਫੈਮਲੀਜ਼ ਨੂੰ ਦੇਖ ਲਓ, ਉਹਨਾਂ ਨੇ ਇੰਡੀਅਨ ਆਰਮੀ ਨੂੰ ਵੀ ਸਰਵ ਕੀਤਾ ਔਰ ਆਪਣਾ, ਯੂ ਨੋ, ਮੇਰੇ ਤੇ ਇੱਕ ਚਾਚਾ ਜੀ ਐਸੇ ਹੈਗੇ ਜਿਹੜੇ ਨਾ ਮ੍ਰਿਤ ਘੋਸ਼ਿਤ ਹੋਏ ਤੇ ਨਾ ਘਰੇ ਵਾਪਸ ਆਏ। ਅੱਜ ਦਿਨ ਤੱਕ ਉਹਨਾਂ ਦਾ ਡੇਟਾ ਹੀ ਨਹੀਂ ਹੈਗਾ, ਆਰਮੀ ਵਿੱਚ ਸੀਗੇ, ਵਾਪਸ ਹੀ ਨਹੀਂ ਆਏ। ਸੋ ਵੀ ਹੈਵ ਸੀਨ ਅ ਲੋਟ। ਆ ਤਾਂ ਕੁਝ ਵੀ ਨਹੀਂ ਹੈਗਾ, ਲੇਕਿਨ ਜੇ ਸਾਨੂੰ ਤੰਗ ਕਰਨਗੇ ਨਾ, ਅਸੀਂ ਵੀ ਇਹਨਾਂ ਨੂੰ ਹੈਪੀ ਨਹੀਂ ਰਹਿਣ ਦੇਣਾ, ਅਸੀਂ ਇਹਨਾਂ ਨੂੰ ਇੱਥੇ ਰਹਿਣ ਹੀ ਨਹੀਂ ਦੇਣਾ, ਇਹਨਾਂ ਨੂੰ ਇੱਥੋਂ ਭਜਾਣਾ ਹੈਗਾ। ਬਿਕੋਜ਼ ਥੀਸ ਪੀਪਲ ਡੋਂਟ, you know, deserve this country, don't deserve this nation. ਇਹਨਾਂ ਨੇ ਸਾਡੀ ਡਾਈਵਰਸਿਟੀ ਨੂੰ, ਇਹਨਾਂ ਨੇ ਸਾਡੀ ਜਿਹੜੀ ਇੱਕ ਫੀਲਿੰਗ ਹੈ, ਯੂ نو, ਵਨਨੈਸ ਦੀ, ਉਹਨੂੰ ਖਤਮ ਕਰਤਾ ਹੈ। ਸੋ ਨਹੀਂ ਲੱਗਦਾ ਜੀ ਡਰ। ਜੀ ਅਰੇ ਡਾਕਟਰ ਰੀਤੂ, ਬੜਾ ਪ੍ਰਾਊਡ ਫੀਲ ਹੁੰਦਾ ਜਦੋਂ ਤੁਹਾਡੇ ਵਰਗੀਆਂ ਨੌਜਵਾਨ, ਜਿਹੜੀ ਨੌਜਵਾਨ ਪੀੜ੍ਹੀ ਆ, ਬੱਚੀਆਂ ਬੱਚੇ ਅੱਗੇ ਵੱਧ ਕੇ ਆਵਾਜ਼ ਚੁੱਕਦੇ ਆ, ਸੱਚ ਬੋਲਣ ਲੱਗੇ ਡਰਦੇ ਨਹੀਂਗੇ। ਤੇ ਜਿਹੜੀ ਨੌਜਵਾਨ ਪੀੜ੍ਹੀ ਆ, ਉਹਦੇ ਲਈ ਕੀ ਮੈਸੇਜ ਹੋਊਗਾ ਡਾਕਟਰ ਰੀਤੂ ਸਿੰਘ ਦਾ? ਮੈਂ ਤਾਂ ਮੈਸੇਜ ਇਹੀ ਕਹਾਂਗੀ, ਸਪੈਸ਼ਲੀ ਠੀਕ ਹੈ ਸੋਸ਼ਲ ਮੀਡੀਆ ਯੂਜ਼ ਕਰੋ, ਬਟ ਸੋਸ਼ਲ ਮੀਡੀਆ ਯੂ ਐਂਟਰਟੇਨ yourself, ਲਾਈਕ ਟੈਲੈਂਟ ਨਾਲ ਲੋਕੀ ਭਰੇ ਹੋਏ ਆ, ਬਟ ਟਰਾਈ ਟੂ use and utilize your time into right direction very smartly. We have been given, you know, this free data. ਅਗਰ ਤੁਸੀਂ ਰਿਅਲਾਈਜ਼ ਕਰੀਏ, ਇਹ ਜਿਹੜਾ ਫ੍ਰੀ ਡੇਟਾ ਸਾਨੂੰ ਦਿੱਤਾ ਹੈ, ਆ ਕੋਈ ਉਹ ਨਹੀਂ ਹੈਗਾ, ਯੂ نو, ਮੁਫਤ ਵੰਡ ਰਹੇ ਨੇ। ਬਹੁਤ ਸਟ੍ਰੈਟੇਜਿਕਲੀ ਯੂਥ ਮੋਬਾਈਲ ਫੋਨ ਸਸਤੇ ਕਰਤੇ, ਬਹੁਤ ਸਟ੍ਰੈਟੇਜਿਕਲੀ ਇਨਵੈਸਟਮੈਂਟ ਕਰਕੇ ਸਸਤੇ 4-4 ਹਜ਼ਾਰ ਦੇ ਵਿੱਚ ਸਮਾਰਟਫੋਨਸ ਦੇ ਦਿੱਤੇ। ਹਰ ਇੱਕ ਬੰਦੇ ਕੋਲ ਅੱਜ ਫੋਨ ਹੈਗਾ, ਇੰਟਰਨੈਟ ਹੈਗਾ। These people want you to stay misguided. These people want you to waste your energy ਇੰਟਰਨੈਟ ਵਿੱਚ, ਇੱਧਰ ਉੱਧਰ ਗਲਤ ਹਰਕਤਾਂ ਵਿੱਚ। ਮੈਨੂੰ ਨਹੀਂ ਪਤਾ ਗਲਤ ਔਰ ਸਹੀ, ਬਟ ਤੁਸੀਂ ਸਹੀ ਤਰੀਕੇ ਤੇ ਰਸਤੇ ਤੇ ਨਾ ਆਓ। ਸੋ ਆਈ ਥਿੰਕ ਯੂਥ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੈ ਐਜੂਕੇਟ yourself. Anyway, ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ, educate does not mean bookish only. Develop critical thinking, critical understanding, knowledge. ਸਵਾਲ ਕਰਨਾ ਸਿੱਖੋ, ਡਰੋ ਮਤ, ਸਵਾਲ ਕਰੋ, ਕਿਉਂਕਿ ਸਵਾਲ ਜਿਹੜਾ ਹੈਗਾ ਉਹ ਤੁਹਾਡੇ, ਯੂ نو, ਹਿੰਮਤ ਨੂੰ ਵੀ ਜਨਮ ਦੇਗਾ। ਅੱਗੇ ਜਿਹੜੀ ਸਿੱਖਿਆ ਹੈਗੀ ਉਹ ਤੁਹਾਡੀ ਬਹੁਤ ਮਦਦ ਕਰੇਗੀ, ਕਿਉਂਕਿ ਤੁਸੀਂ, ਮੈਂ ਅੱਜ ਪੜ੍ਹ ਲਿਖ ਗਈ ਹਾਂ, ਮੇਰੀ ਥਿੰਕਿੰਗ ਵਿਜ਼ਡਮ ਜਿਹੜਾ ਵਧਿਆ, ਸਾਰੀ ਚੀਜ਼ਾਂ ਅਵੇਅਰਨੈਸ ਆਈ ਔਰ ਮੈਨੂੰ ਜੀ ਜੀ ਡਾਕਟਰ ਰੀਤੂ, ਤੁਹਾਡੀ ਆਵਾਜ਼ ਥੋੜੀ ਜੀ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹੈ, ਕੋਸ਼ਿਸ਼ ਕਰਾਂਗੇ ਫਿਰ ਤੋਂ ਉਹਨਾਂ ਨੂੰ ਅਸੀਂ ਕਨੈਕਟ ਕਰਨ ਦੀ, ਕਿਉਂਕਿ ਉਹਨਾਂ ਵੱਲੋਂ ਹਲੇ ਮੈਸੇਜ ਦਿੱਤਾ ਜਾ ਰਿਹਾ ਸੀ, ਪਰ ਬੜਾ ਚੰਗਾ ਲੱਗ ਰਿਹਾ ਸੀ ਗੱਲ ਕਰਕੇ। ਮੈਨੂੰ ਮਾਣ ਹੁੰਦਾ ਹੈ ਕਿ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ, ਮੈਨੂੰ ਪ੍ਰਾਊਡ ਹੁੰਦਾ ਹੈ। ਮੀਡੀਆ ਦੇ ਵਿੱਚ ਬੜੀਆਂ ਰੂਹਾਂ ਨੇ, ਬਹੁਤ ਲੋਕ ਨੇ ਜਿਹੜੇ ਸੱਚ ਬੋਲਣ ਤੋਂ ਕਤਰਾਉਂਦੇ ਆ, ਸੱਚ ਬੋਲਣ ਲੱਗਿਆ ਡਰਦੇ ਆ। ਤੁਹਾਡੇ ਤਰ੍ਹਾਂ ਦ੍ਰਿੜ ਇਰਾਦੇ ਦੇ ਨਾਲ, ਕਹਿੰਦੀ ਮੇਰੇ ਪਿਓ ਨੇ ਮੈਨੂੰ ਇਹ ਸਿੱਖਿਆ ਦਿੱਤੀ ਸੀ, ਉਹਦੇ ਪਿਓ ਨੂੰ ਸਾਡੇ ਵੱਡੇ ਪਿਓ ਨੇ ਸਿੱਖਿਆ ਦਿੱਤੀ ਸੀ। ਇਸ ਕਰਕੇ ਉਹ ਕਹਿੰਦੀ ਹੈ ਕਿ ਮੈਂ ਆਪਣੀ ਨੌਕਰੀ ਵੀ ਗਵਾ ਬੈਠੀ ਹਾਂ, ਕੁਝ ਗੱਲਾਂ
ਆਫ ਦੀ ਈਅਰ ਮੇਰੀਆਂ ਲਗਾਤਾਰ ਕਈ ਦਿਨਾਂ ਤੋਂ ਇਹਨਾਂ ਨਾਲ ਹੋ ਰਹੀਆਂ ਨੇ, ਪਰ ਉਹ ਕਹਿੰਦੇ ਆ ਕਿ ਮੈਂ ਕਈ ਗੱਲਾਂ ਜੇ ਏਅਰ ਤੇ ਨਹੀਂ ਕਹਿ ਸਕਦੀ ਕਿਉਂਕਿ ਮੇਰਾ ਕੇਸ ਕੋਰਟ ਦੇ ਵਿੱਚ ਹੈ। ਸਰਕਾਰਾਂ ਵੱਲੋਂ ਨਿਯੁਕਤ ਕੀਤੀ ਗਈ ਜਿਹੜੀ ਪ੍ਰਿੰਸੀਪਲ ਹੈ, ਕਿਸ ਤਰੀਕੇ ਨਾਲ ਇਹਨੂੰ ਡਰਾ ਕੇ ਧਮਕਾ ਕੇ ਆਪਣੇ ਆਫਿਸ ਚ ਲਿਜਾ ਕੇ ਅੰਦਰੋਂ ਕੁੰਡੀ ਲਾ ਕੇ ਧਮਕੀਆਂ ਦੇ ਰਹੀ ਹੈ, ਪਰ ਉਸ ਪ੍ਰਿੰਸੀਪਲ ਨੂੰ ਇਹ ਨਹੀਂ ਪਤਾ ਕਿ ਉਹਨੂੰ ਖਮਿਆਜਾ ਹੋਰ ਵੀ ਸਾਡੇ ਨਾਲ ਆ ਚੁੱਕੇ ਆ। ਡਾਕਟਰ ਰਿਤੂ ਜੀ, ਬਹੁਤ ਸਾਰੇ ਮੈਸੇजेस ਆ ਰਹੇ ਆ, ਕਹਿੰਦੇ ਕਿ ਸਲਾਮ ਹੈ ਇਸ ਬੱਚੀ ਨੂੰ, ਬਹੁਤ ਸਾਰੀਆਂ ਦੁਆਵਾਂ ਪਾਕਿਸਤਾਨ ਤੋਂ, ਦੁਨੀਆ ਦੇ ਖੂੰਜੇ ਕੋਨੇ-ਕੋਨੇ ਤੋਂ ਆ ਰਹੀਆਂ ਨੇ ਤੁਹਾਨੂੰ, ਔਰ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਆ ਕਿ ਤੁਸੀਂ ਯੂਥ ਦੇ ਲਈ ਇੱਕ ਰੋਲ ਮਾਡਲ ਹੋ, ਤੁਸੀਂ ਇੱਕ ਹੌਸਲਾ ਤੇ ਜਜ਼ਬਾ ਭਰਦੇ ਹੋ ਉਹਨਾਂ ਦੇ ਵਿੱਚ। ਸੋ ਤੁਸੀਂ ਆਪਣੀ ਗੱਲ ਕਰ ਰਹੇ ਸੀ, ਮੈਸੇਜ ਦੇ ਰਹੇ ਸੀ, ਮੈਂ ਚਾਹੂੰਗੀ ਪਹਿਲਾਂ ਉਹ ਜ਼ਰੂਰ ਕੰਪਲੀਟ ਕਰੋ। हाँ जी, बस मेरा यही मैसेज सीगा कि बहुत स्ट्रैटेजिकली सरकार ये सारियां चीज़ां कर रही हैं यूथ ਨੂੰ ਮਿਸਗਾਈਡ ਕਰਨ ਲਈ ਕਿ ਇਹਨਾਂ ਨੂੰ ਫ੍ਰੀ ਇੰਟਰਨੈਟ ਦੇ ਦਿਓ, ਇਹਨਾਂ ਨੂੰ ਪੁੱਠੇ ਪਾਸੇ ਲੱਗੇ ਰਹਿਣਾ, ਇਹਨਾਂ ਨੂੰ ਮौज मस्ती 'ਚ ਲੱਗੇ ਰਹਿਣਾ, ਇਹ ਤੇ ਪਿੱਛੋਂ ਤੁਸੀਂ ਸਭ ਕੁਝ ਖਤਮ ਕਰ ਦਿਓ, ਸਭ ਕੁਝ ਵੇਚ ਦਿਓ। तो आई थिंक साडी रिस्पॉन्सिबिलिटी बनती आ कि असी इस तरफ भी ध्यान रखिए और यूथ का भी फ्यूचर जिहड़ा ब्राइट होना चाहिए पॉलिटिक्स विच। क्यों सानू आके मिसगाइड करके कोई अनपढ़ बंदा साडे सिर ते राज करके चला जाए? क्यों 545 बंदियां दा देश थोड़ी है जिहड़े संसद विच बैठे हैं, साडा भी देश हैगा। एंड यूथ नीड्स टू रियलाइज वॉइस ऑफ डिसेंट नहीं होएगा तो कोई शासन राज नहीं कर सकता। तो आई थिंक कि मैं यही चीज़ कहना चाहांगी कि नाल होके आओ, किसान अंदोलन बहुत कुछ दे रहा है और किसान अंदोलन ने सारिਆਂ ਨੂੰ अंदोलन करना सिखाता। तो आई थिंक ਇਹ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਆ ਯੂਥ ਦੀ ਕਿ ਵੱਡਿਆਂ ਦਾ ਐਕਸਪੀਰੀਅੰਸ ਦੇ ਨਾਲ ਅੱਗੇ ਵਧੋ ਔਰ ਨਿਡਰ ਰਹੋ, ਕੁਝ ਨਹੀਂ ਹੁੰਦਾ। ਡਾਕਟਰ ਰੀਤੂ ਸਿੰਘ ਮਨ ਦੇ ਵਿੱਚ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਤਿਆਰੀਆਂ ਕਰਨ ਦੇ ਲਈ ਤਾਂ ਨਹੀਂ ਪਲੇਟਫਾਰਮ ਬਣਾ ਰਹੀ? ਮੈਂਬਰ ਪਾਰਲੀਮੈਂਟ बनना ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ऑप्शंस ने और बहुत डॉक्टर रितु जी ओदियां डिग्रियां डिफरेंट है ਜਿਹੜੀਆਂ ਤੁਸੀਂ ਪੜ੍ਹੀਆਂ ਨਹੀਂ ਗਿਆ, ਕਿਉਂਕਿ ਨਾ ਤੇ ਤੁਹਾਡੇ ਪਿਤਾ ਜੀ ਨੇ, ਨਾ ਤੁਹਾਡੇ ਦਾਦਾ ਜੀ ਨੇ, ਤੇ ਨਾ ਸਾਡੇ ਸਾਰਿਆਂ ਦੇ ਪਿਤਾ ਜੀ ਨੇ। ਉਸ ਅਕਾਲ ਪੁਰਖ ਨੇ ਸਾਨੂੰ ਉਹ ਡਿਗਰੀਆਂ ਪੜ੍ਹਨ ਦੀ ਇਜਾਜ਼ਤ ਦਿੱਤੀ ਹੈ। ਉਹ ਡਿਗਰੀਆਂ ਜਿਹੜੀਆਂ ਆ ਉਹ ਪੜ੍ਹਨੀਆਂ ਬਹੁਤ ਔਖੀਆਂ ਆ, ਉਹ ਤੁਸੀਂ ਜਾਣਦੇ ਹੋ ਕਿਹੜੀਆਂ ਡਿਗਰੀਆਂ ਆ। ਸੋ ਮੈਨੂੰ ਲੱਗਦਾ ਕਿ ਸ਼ਾਇਦ ਉਹਦੇ ਲਈ ਤੁਹਾਨੂੰ ਉਹ ਡਿਗਰੀਆਂ ਪਾਸ ਕਰਕੇ ਉਸ ਪਾਸੇ ਜਾਣਾ ਪੈਣਾ। हाँ एकदम बिल्कुल। जिद्दां मैं तुहाडी गल तो जवाब देदा, जिद्दां अज एक केस आया है, मैं अपने एडवोकेट कोल बैठी सीगी अज दिने, अज एक केस आया, एक मुंडा हैगा दिल्ली दा बीजेपी दा, ਉਹਨੇ ਕਿਸੇ ਮੁਸਲਮਾਨ ਬੰਦੇ ਦੇ ਘਰ ਪੈਟਰੋਲ ਬੰਬ ਸੁੱਟਿਆ। ਅੱਜ ਦੀ ਖਬਰ ਆ, ਪੈਟਰੋਲ ਬੰਬ, ਤੇ ਉਹਨੂੰ ਦਿੱਲੀ ਪ੍ਰਦੇਸ਼ ਬੀਜੇਪੀ ਦਾ ਅਧਿਕਸ਼ ਬਣਾਤਾ। ਇਮੇਜਿਨ, ਉਹ ਡਿਗਰੀਆਂ ਸਾਡੇ ਕੋਲ ਨਹੀਂ ਹੈਗੀਆਂ। जिन्ना तुसी हेट क्राइम करोगे, जिन्ना तुसी एहो जिहा नफरत फैलाने वाली चीज़ां करोगे, मुल्लों को काटेंगे तो राम राम चलाएंगे, एहो जिहा गल्लां करोगे, so you will get your space, there in the BJP politics, especially BJP politics, वो डिग्रियां नहीं हैगियां। But definitely coming back to your question, member parliament ਦਾ space ਬਣਾਉਣ ਦਾ ਤਾਂ ਵਿਜ਼ਨ ਹਲੀ ਕੋਈ ਨਹੀਂ ਹੈਗਾ। but in future जब strong हो जावांगे, definitely youth सामने आएगा, youth लेके आएगा change। right now no plans। ਡਾਕਟਰ ਰੀਤੂ ਸਿੰਘ ਜੀ, ਸਾਡੀਆਂ ਸ਼ੁਭ ਇੱਛਾਵਾਂ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹਿ ਕੇ ਆਪਣੀ ਬੁਲੰਦ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਜਿੱਥੇ ਪਹੁੰਚਾਉਣੀ ਹੈ, ਉੱਥੇ ਵਰਲਡ ਪਾਵਰ ਬਣ ਰਿਹਾ ਜਿਹੜਾ ਭਾਰਤ ਹੈ, ਉੱਥੇ ਦੇ ਇੱਕ ਵਿਅਕਤੀ ਤੱਕ ਡਾਕਟਰ ਰੀਤੂ ਸਿੰਘ ਦੀ ਆਵਾਜ਼ ਸੱਚ ਦੀ ਪਹੁੰਚੇ। ਸਾਨੂੰ ਇਹ ਨਹੀਂ ਕਿ ਤੁਸੀਂ ਸਰਕਾਰਾਂ ਦੀ ਖਿਲਾਫਤ ਕਰੋ, ਬਲਕਿ ਜਿਹੜਾ ਸੱਚ ਹੈ, ਛੁਪਿਆ ਪਿਆ, ਜਿਹਨੂੰ ਸਰਕਾਰਾਂ ਦਾ ਮੀਡੀਆ ਐਕਸਪਲੋਰ ਨਹੀਂ ਕਰ ਰਿਹਾ, ਉਹਨੂੰ ਡਾਕਟਰ ਰੀਤੂ ਸਿੰਘ ਘਰ ਘਰ ਦੇ ਵਿੱਚ ਜਾ ਕੇ ਉਹ ਸੱਚ ਖੋਜਣ ਦਾ ਯਤਨ ਕਰ ਰਹੇ ਨੇ। ਸਾਡੀਆਂ ਸ਼ੁਭ ਇੱਛਾਵਾਂ ਤੇ ਆਉਣ ਵਾਲੇ ਸਮੇਂ 'ਚ ਫੇਰ ਤੁਹਾਡਾ ਕਿਤੇ ਗੱਲਬਾਤ ਕਰਾਂਗੇ। ਚੜ੍ਹਦੀ ਕਲਾ 'ਚ ਰਹਿ ਕੇ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ